ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਇਸ ਗੁਰੂ ਨਾਨਕ ਦੀ ਫੁਲਵਾੜੀ ਵਿੱਚ ਜੀ ਆਇਆਂ ਨੂੰ ਵੈਲਕਮ। ਬੜੇ ਹੀ ਆਨੰਦ ਵਿੱਚ ਖੇੜੇ ਵਿੱਚ ਅਸੀਂ ਸਾਰੇ ਸਾਂਝ ਕਰ ਰਹੇ ਹਾਂ। ਆਪਣੇ ਆਪਣਾ ਜਿੰਨਾ ਜਿੰਨਾ ਸਾਨੂੰ ਤੁਛ ਬੁੱਧੀ ਰਾਹੀਂ ਗਿਆਨ ਪ੍ਰਾਪਤ ਹੋਇਆ ਹੈ, ਉਹਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਆਪਣੇ ਆਪ ਨੂੰ ਜੋੜਨ ਵਾਸਤੇ ਯਤਨਸ਼ੀਲ ਹੋ ਰਹੇ ਹਾਂ। ਹਰ ਦਿਨ ਦੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਅਸੀਂ ਸਾਡੇ ਵੀਰ ਸਵਰਨਜੀਤ ਸਿੰਘ ਜੀ ਅੱਜ ਅਡੋਲ ਮਾਈਂਡਸ ਤੋਂ ਸਾਡੇ ਨਾਲ ਸਾਂਝ ਕਰਨਗੇ, ਔਰ ਅੱਜ ਦਾ ਜੋ ਵਿਚਾਰ ਹੈਗਾ ਹੈ ਬਹੁਤ ਹੀ ਅਦਭੁਤ ਹੈਗਾ ਹੈ। ਐਂਡ ਇਟ ਇਜ਼ ਲਾਈਕ ਬੈਲੈਂਸਿੰਗ, ਇਹ ਬੈਲੈਂਸ ਸ਼ੀਟ ਹੈ प्रॉफिट एंड लॉस दी। कोई भी काम करता है, आदमी बिजनेस करता है तो आदमी पहले देखता है यार मैनू कितना कुछ दे विचों आमदन हो जाएगी, कितना मेरा प्रॉफिट हो जाएगा, तो मेरी बैलेंस शीट किस तरह वधिया बन जाएगी। यतनशील होना है कि जिस कारज वास्ते भई प्रापुत मानुक दे हुरिया गोबिंद मिलन की एहो तेरी बरिया, अवर काज तेरे किते न काम, मिल साध संगत भज केवल नाम। उस नाम रूपी संगत दे विच जिसले बैठांगे, नाम नू अध्ययन करांगे, नाम नू विचारांगे और नाम नू सोध के अपने हिरदे विच वसावांगे, ते सानू फिर चंगियाइयां बुराइयां वाचे धर्म अधूर, कर्म आपो अपनी के नेड़े के दूर। The system of value of the values will be defined by our ਵੀਰ ਸਵਰਨਜੀਤ ਸਿੰਘ ਜੀ। आओ मेरे ਵੀਰ जी ਸਾਂਝ ਕਰੋ, ਔਰ ਇਹ ਐਡੋਲ ਮਾਈਂਡ ਤੋਂ ਜੋ ਤੁਸੀਂ ਅਦਭੁਤ ਖਜ਼ਾਨਾ ਸਾਡੇ ਨਾਲ ਜਿਸ ਤਰੀਕੇ ਨਾਲ ਸਾਂਝ ਕਰ ਰਹੇ ਹੋ, ਉਹਦੇ ਵਿੱਚ ਵਾਕਈ ਸਾਨੂੰ ਇੱਕ ਚਾਨਣ ਮਿਲ ਰਿਹਾ ਹੈ। ਵੀਰ ਸਵਰਨਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਆਈ ਵਿਲ ਕਮ ਸਟ੍ਰੇਟ ਟੂ ਦਾ ਟੌਪਿਕ। ਮੋਡਿਊਲ 6 ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ, ਔਰ ਜਿਵੇਂ ਚਰਨਜੀਤ ਵੀਰ ਜੀ ਨੇ ਦੱਸਿਆ ਉਹਦਾ ਟੌਪਿਕ ਦਾ ਨਾਂ ਹੈ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਔਰ ਅਸੀਂ ਜਿਵੇਂ ਕਿ ਮੋਡਿਊਲ 5 ਸੀ ਉੱਥੋਂ ਇਹਦੀ ਸ਼ੁਰੂਆਤ ਕੀਤੀ ਸੀ। ਜਿਹੜੇ ਬੇਸਿਕ ਕਨਸੈਪਟ ਹੈ ਕਿ ਜੋ ਟਰੂਥਫੁਲ ਲਿਵਿੰਗ ਦਾ ਮਾਰਗ ਹੈ ਉਹ ਮਾਰਗ ਕੀ ਹੈ, ਉਸ ਮਾਰਗ ਦੇ ਜਿਹੜੇ ਬੇਸਿਕ ਕਨਸੈਪਟਸ ਹੈ ਉਹ ਅਸੀਂ ਸਮਝੇ ਸੀ। ਔਰ ਫਿਰ ਅਸੀਂ ਇਹ ਦੇਖਿਆ ਕਿ ਮੋਡਿਊਲ 6 ਜਿਹੜਾ ਉਹਦੇ ਵਿੱਚ ਅਸੀਂ ਵੈਲਿਊਜ਼ ਦੇ ਬਾਰੇ ਗੱਲ ਕਰਾਂਗੇ। ਤੇ ਮੈਂ ਥੋੜਾ ਜਿਹਾ ਰੀਕੈਪਚੂਲੇਟ ਵੀ ਕਰਨਾ ਚਾਹਾਂਗਾ ਜੋ ਅਸੀਂ ਪਹਿਲੇ 5 ਮੋਡਿਊਲ ਸਨ। ਹਾਊ ਰੇਅਰ ਇਜ਼ ਬੀਇੰਗ ਹਿਊਮਨ, ਇਜ਼ ਲਾਈਫ ਦੇਅਰ ਵਿਦ ਅ ਪਰਪਸ, ਤੇ ਜਿਹੜੇ ਕਨਸੈਪਟਸ ਫੇਥ ਐਂਡ ਫਿਲੋਸਫੀ ਨਾਲ ਜੋੜਦੇ ਨੇ ਉਹ ਸਨ। ਔਰ ਫਿਰ ਹੁਕਮ ਦੇ ਉੱਤੇ ਸੀ, ਔਰ ਫਿਰ ਵਟ ਮੇਕਸ ਅਵਰ ਜਰਨੀ ਵਰਥਵਾਈਲ ਉਹ ਲਾਸਟ ਸੀ ਕਿ ਸਾਡਾ ਟਰੂਥਫੁਲ ਲਿਵਿੰਗ ਦਾ ਮਾਰਗ ਕਿਸ ਤਰ੍ਹਾਂ ਬਿਲਡਅਪ ਹੁੰਦਾ। ਸੋ ਅੱਜ ਅਸੀਂ ਚੱਲਦੇ ਹਾਂ ਨੈਕਸਟ ਮੋਡਿਊਲ ਤੇ, ਔਰ ਅਸੀਂ ਇਹਦੇ ਵਿੱਚ ਗੁਰੂ ਸਾਹਿਬ ਨੇ ਜੋ ਸਾਨੂੰ ਵੈਲਿਊ ਸਿਸਟਮ ਦਿੱਤਾ ਹੈ ਉਹਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੈਲਿਊਜ਼ ਨੂੰ ਅਸੀਂ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਤਾਰਨਾ। ਤੇ ਸਟੀਵਨ ਕੋਵੀ ਜਿਹੜੇ ਮੈਨੇਜਮੈਂਟ ਗੁਰੂ ਹੈ ਅੱਜ ਦੇ ਵੀ ਅਸੀਂ ਵਿਚਾਰ ਨਾਲ ਨਾਲ ਲੈ ਕੇ ਜ਼ਰੂਰ ਚੱਲਦੇ ਹੁੰਦੇ ਹਾਂ। ਉਹ ਕਹਿੰਦੇ ਆ ਕਿ ਪੀਸ ਆਫ ਮਾਈਂਡ ਕਮਸ ਵੈਨ ਯੂਰ ਲਾਈਫ ਇਜ਼ ਇਨ ਹਾਰਮਨੀ ਵਿਦ ਦ ਟਰੂ ਪ੍ਰਿੰਸੀਪਲਸ ਐਂਡ ਵੈਲਿਊਜ਼ ਐਂਡ ਇਨ ਨੋ ਅਦਰ ਵੇ। ਕਿ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਅੱਜ ਕੱਲ੍ਹ ਦੀ ਮੈਨੇਜਮੈਂਟ ਵੀ ਇਹ ਗੱਲਾਂ ਪੜ੍ਹਾ ਰਹੀ ਹੈ ਜੋ ਕਿ ਗੁਰੂ ਸਾਹਿਬ ਨੇ ਬਹੁਤ ਸਾਲ ਪਹਿਲਾਂ, ਕਈ ਸੌ ਸਾਲ ਪਹਿਲਾਂ ਕਹੀਆਂ ਕਿ ਤੁਸੀਂ ਅਗਰ ਆਪਣੇ ਸੱਚੇ ਪ੍ਰਿੰਸੀਪਲਸ ਔਰ ਵੈਲਿਊਜ਼ ਤੇ ਨਹੀਂ ਚੱਲ ਰਹੇ ਤੇ ਤੁਹਾਡੇ ਜੀਵਨ ਦੇ ਵਿਚਕਾਰ ਦਿਲ ਨੂੰ, ਆਤਮਾ ਨੂੰ ਕੋਈ ਸ਼ਾਂਤੀ ਨਹੀਂ ਮਿਲਦੀ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਬਲਕਿ ਉਸਨੇ ਇੱਕ ਐਗਜ਼ਾਮਪਲ ਦਿੱਤੀ ਹੈ ਜੋ ਇੱਕ ਪਿੱਛੇ ਛੋਟੀ ਜਿਹੀ ਫੋਟੋ ਵੀ ਬਣੀ ਹੈ। ਮੈਂ ਅਗਰ ਉਹ ਬੁੱਕ ਤੋਂ ਹੀ ਉਹ ਸਟੋਰੀ ਵੀ ਲਵਾਂ ਤੇ ਉਹ ਕਹਿ ਰਿਹਾ ਕਿ ਇੱਕ ਸ਼ਿਪ ਦਾ ਟਾਈਮ ਹੈ, ਰਾਤ ਦਾ ਟਾਈਮ ਹੈ, ਇੱਕ ਸ਼ਿਪ ਜਾ ਰਿਹਾ ਔਰ ਸ਼ਿਪ ਦੇ ਵਿੱਚ ਥੋੜੀ ਜਿਹੀ ਅੱਗੇ ਫੌਗ ਹੈ, ਰਾਤ ਨੂੰ ਉਹਨੂੰ ਦਿਖਾਈ ਨਹੀਂ ਦੇ ਰਿਹਾ। ਤੇ ਜੋ ਇੱਕ ਸ਼ਿਪ ਦੇ ਵਿਚਕਾਰ ਨੈਵੀਗੇਟ ਕਰਦੇ ਨੇ ਤੇ ਕੁਝ ਲੋਕ ਵਾਚ ਕਰਦੇ ਨੇ, ਤੇ ਵਾਚ ਕਰਦੇ ਨੇ ਉਹ ਆ ਕੇ ਜਿਹੜਾ ਸ਼ਿਪ ਦਾ ਕੈਪਟਨ ਹੈ ਉਹਨੂੰ ਦੱਸਦੇ ਨੇ ਕਿ ਕੁਝ ਇਸ ਤਰ੍ਹਾਂ ਹੋਣ ਵਾਲਾ ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਨਜ਼ਰ ਆ ਰਹੀ ਹੈ। ਤੇ ਇੱਕ ਬੰਦਾ ਜੋ ਅੱਗੇ ਸ਼ਿਪ ਨੂੰ ਵਾਚ ਕਰ ਰਿਹਾ ਉਹਨੇ ਰਾਤ ਦੇ ਵੇਲੇ ਦੇਖਿਆ ਕਿ ਇੱਕ
दूरों एक लाइट नज़र आ रही है ਤੇ ਉਹਨੇ ਦੱਸਿਆ ਕੈਪਟਨ ਨੂੰ ਅਗਰ ਅਸੀਂ ਉਸ ਡਾਇਰੈਕਸ਼ਨ 'ਚ ਜਾਵਾਂਗੇ ਤੇ ਅਸੀਂ ਕਿਸੇ ਦੂਸਰੇ ਸ਼ਿਪ ਨਾਲ ਹਿੱਟ ਕਰ ਸਕਦੇ ਹਾਂ ਤੇ ਉਹਨਾਂ ਨੇ ਆਪਸ ਵਿੱਚ ਉਹਨਾਂ ਦਾ ਲਿੰਕ ਹੁੰਦਾ ਵਾਇਰਲੈਸ ਲਿੰਕ ਉਹਨੇ ਦੂਸਰੇ ਸ਼ਿਪ ਨਾਲ ਜਾਂ ਜੋ ਵੀ ਫ੍ਰੀਕੁਐਂਸੀ ਸੀ ਉਹਨੂੰ ਗੱਲ ਕੀਤੀ ਵੀ ਸਾਡਾ ਸ਼ਿਪ ਆ ਰਿਹਾ ਤੁਸੀਂ ਆਪਣੇ ਸ਼ਿਪ ਨੂੰ ਰਸਤੇ ਤੋਂ ਹਟਾ ਲਓ ਤੇ ਉਹ ਦੂਸਰੇ ਵਾਲੇ ਨੇ ਕਿਹਾ ਦੇਖੋ ਮੈਂ ਤੇ ਨਹੀਂ ਹਟਾਂਗਾ ਹਟਣਾ ਤੇ ਤੁਹਾਨੂੰ ਹੀ ਪਏਗਾ ਤੇ ਉਹ ਪਰੇਸ਼ਾਨ ਜਿਹਾ ਹੋ ਗਿਆ ਵੀ ਇਹ ਮੈਂ ਤੇ ਮਤਲਬ ਕਮਾਂਡਰ ਆਫ ਫੋਰਸਿਸ ਹਾਂ ਔਰ ਮੈਨੂੰ ਕੋਈ ਇਸ ਤਰ੍ਹਾਂ ਰੋਬ ਨਾਲ ਕਹਿ ਰਿਹਾ ਉਹਨੇ ਦੱਸਿਆ ਕਿ ਆਈ ਐਮ ਕਮਾਂਡੈਂਟ ਆਫ ਫੋਰਸਿਸ नेवी का कमांडर हाँ और मतलब तुहानू मेरा ऑर्डर लेना पेगा ते जो दूसरे साइड ते सी वो सिर्फ सार्जेंट सी उन्हें कहा जी ऑर्डर उर्डर तुसी रहन दिओ तुहानू मैं दस रहा मैं नहीं हटन वाला ते हटना ते तुहानू ही पेगा उन्हें गुस्से नाल फिर उन्होंने दस्सिया कि तुहानू दस्सिया तू जानदा नहीं तू समझदा नहीं कि मैं कमांडेंट बोल रहा कहंदा जी कोई फर्क नहीं पैंदा मैं लाइट हाउस बोल रहा ते जिधर तुसी आ रहे हो एक्चुअली लाइट हाउस है तुसी लाइट हाउस नाल टकरा के की करोगे सो बेसिकली उन्हें मैसेज ये दिता कि जो वैल्यूज हैं दे आर द लाइट हाउस सानू गाइड कर दियां सी केड़े पासे जाना उन्हां नाल जाके टकरा नहीं सकदे तुसी तुहानू अपना रास्ता बदलना पै सकदा ताकि लाइट हाउस तो जो लाइट आ रही है तुहानू गाइड कर रही है तो उन्हें वैल्यूज नू उन लाइट हाउस नाल कंपेयर करके एक बहुत सोहनी स्टीवन कोवी ने अपनी बुक च एग्जांपल दी ते बेसिकली वैल्यूज आर अगेन लाइक अ लाइट हाउस फॉर अस जिन्हां तो सानू रोशनी मिलती है और गुरु ग्रंथ साहब ते पूरी हर शब्द दे विच रोशनी है हर शब्द एक तरह नाल एक लाइट हाउस है जिन्हों सानू लाइफ दे विचकार उन्हां नाल हिट नहीं करना उन्हां नू समझना और उस रोशनी दे विचकार असीं अपनी जिंदगी दा शिप नू लैके जाना ते इंट्रोडक्शन दे विच एक शब्द है जो आसा दीवार विच भी असीं पढ़दे हां जिनपट अंदर बाहर गुत्तड़ ते भले संसार कि जिन्हां दे अंदर रेशम होए और बाहर भावें वो फटे चिथड़े कपड़े जिवें रैग्स कहंदे ने वो पाए हुए होण कहंदे ने उस संसार च गुरु साहब कहंदे हैं भले वो भले लोग हैं वो जो जिस चीज़ नू रेशम कह रहे हो वो इंसान का वैल्यू सिस्टम ही है जिहदे अंदर एक वैल्यू सिस्टम ठीक है प्रिंसिपल्स हैं तो जिन पट अंदर बाहर गुदड़ ते भले संसार जे अंदर रेशम है तो सब कुछ ठीक है और चलो ये एक सी थोड़ा स्किप करते हैं क्योंकि टाइम का भी कई बार रहिंदा हिसाब ते असी थोड़ा जिहा रिकैप्चुलेट करते हैं जो लास्ट डिस्कस किया सी कि 3 पिलर्स ने राइटियसनैस दे ट्रुथफुल लिविंग दे 3 पिलर ने नाम जपो किरत करो और वंड छको जिन्हों गुरु अर्जन पातशाह ने कहा हर को नाम जप निर्मल करम है किरत करो और वंड छको और फिर असी गल की सी 5 मैजिक वर्ड्स हैं जो मिठत नीवी नानका गुण चंगियाइयां तत् कि जिथे गुण और चंगियाइयां का जो निचोड़ है वो साडा ह्यूमिलिटी एंड स्वीटनेस साडी भाषा साडे बिहेवियर विच दिखना चाहिए जेन्युइनली होना चाहिए सो बिहेवियर इज अ रिफ्लैक्शन ऑफ वर्च्यूज एंड वैल्यूज इत्थे गुण और चंगियाइयां दोनों की गल की है गुण वर्ड कई बार दोनों के लिए भी आंदा है गुण और चंगियाइयां नूं मिला के भी कई बार गुण पानी दे विच इस्तेमाल होया तो सिर्फ गुणा ली या वर्चूज ही ली नहीं आया इस पर्टिकुलर पंक्ति दे विच दोनों सैपरेट जरूर लिखे हैं पर बहुत जगह गुण जो वर्ड आया वो गुण और चंगियाइयां दोनों नूं भी रिप्रेजेंट करता है जिवें कि अर्थ हुंदे हैं असी जदों देखते हैं भाई कान सिंह नाभा जी दी महान कोश ते जिहड़ी गुडनेस है वो वैल्यू सिस्टम है और जो राइटियसनेस है वो गुड डीड्स हैं जिहड़ा ट्रुथफुल लिविंग का मार्ग है वो कर्मा तो शुरू होता है और उसके पिछे जो चीज़ चल रही होती है वो वैल्यूज चल रही होंगी हैं जो राह दिखा रही होंगी ने वो वैल्यूज होंगी हैं कर्म साडे जिहड़े ने वैल्यूज तो पावर डिराइव करते हैं रस्ता डिराइव करते हैं और फिर चल असी अपने कर्मां नूं जस्टिफाई कर सकते हैं तो असी वैल्यूज एंड वर्चूज डिफरेंट है कि नहीं वो भी डिस्कस किया सी जो हाईएस्ट ह्यूमन वैल्यू है वो है सैल्फलैसनैस जो साडा की टॉपिक 7 होएगा और बेस्ट ह्यूमन बिहेवियर जिहड़ा स्वीटनेस एंड ह्यूमिलिटी और सी ट्रुथफुल लिविंग के मार्ग ते आके हुण एक चीज़ होर इत्थे असी इंट्रोड्यूस करन जा रहे हैं जदों किरत करो और वंड छको की गल करते हैं इहदे पिछे जो बाणी दे विचकार बार बार शब्द आएगा वो शब्द आएगा सेवा वो असी उन्होंने ये समझ ली कि असी सैल्फलैसनैस की तरफ जा रहे हैं या असी
ਜ਼ਿਆਦਾ ਤੋਂ ਜ਼ਿਆਦਾ ਲੋਕਾਂ ਲਈ ਟਰਸਟ ਵਰਦੀ ਹੁੰਦੇ ਜਾ ਰਹੇ ਹਾਂ। ਉਹਦੀ ਸਿਰਫ ਤੇ ਸਿਰਫ ਪੋਸੀਬਿਲਿਟੀ ਤਾਂ ਹੈ ਅਗਰ ਪਿੱਛੇ ਜਿਹੜਾ ਭਾਵ ਚੱਲ ਰਿਹਾ ਉਹ ਸੇਵਾ ਦਾ ਭਾਵ ਹੈ। ਤੇ ਸਿਮਰਨ ਐਂਡ ਸੇਵਾ ਜਿਹੜੇ ਨੇ ਉਹ ਵੀ ਇसी ਨੂੰ ਨਾਮ ਜਪੋ ਕਿਰਤ ਕਰੋ ਵੰਡ ਛਕੋ ਨੂੰ ਹੀ ਰਿਪਰੈਜ਼ੈਂਟ ਕਰਨਗੇ। ਔਰ ਸਾਰੀ ਦੀ ਸਾਰੀ ਬਾਣੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜੋ ਵਰਤੋਂ ਹੋਈ ਹੈ ਉਹ ਸੇਵਾ ਵਰਡ ਦੀ ਹੀ ਹੋਈ ਹੈ ਕਿ ਇੱਕ ਜਿਹੜਾ ਸਾਡਾ ਕਰਮ ਚੱਲ ਰਿਹਾ ਉਹਦੇ ਪਿੱਛੇ ਸੇਵਾ ਦੀ ਭਾਵਨਾ ਹੈ। ਅਗਰ ਉਹ ਭਾਵਨਾ ਸੇਵਾ ਦੀ ਨਹੀਂ ਹੈ ਤੇ ਉਸ ਕਰਮ ਦੇ ਵਿਚਕਾਰ ਖੋਟ ਹੋ ਸਕਦਾ ਹੈ। ਉਸ ਕਰਮ ਦੇ ਵਿਚਕਾਰ ਉਹ ਸਭ ਹੋ ਸਕਦਾ ਹੈ ਜੋ ਕਿ ਸਾਡੇ ਵੈਲਿਊ ਸਿਸਟਮ ਦੇ ਨਾਲ ਕਲੈਸ਼ ਕਰਦਾ ਹੋਏ। ਸੋ ਅਸੀਂ ਹੁਣ ਜੋ ਕਿਰਤ ਕਰੋ ਵੰਡ ਛਕੋ ਇੱਕ ਸੇਵਾ ਭਾਵ ਨਾਲ ਚੱਲਣਾ, ਕੰਮ ਕਰਨੇ ਨੇ, ਸਾਡੇ ਡੀਡਸ ਨੇ, ਸਾਡੇ ਕਰਮ ਨੇ ਜਿਨ੍ਹਾਂ ਦਾ ਲੇਖਾ ਜੋਖਾ ਹੈ, ਜਿਹਨੂੰ ਅਸੀਂ ਚੰਗਿਆਈਆਂ ਬੁਰਾਈਆਂ ਵੈਲਿਊ ਸਿਸਟਮ ਤੋਂ ਲੈ ਕੇ ਚਲਾ ਰਹੇ ਹਾਂ ਅੱਗੇ, ਉਹਨਾਂ ਦਾ ਜੋ ਲੇਖਾ ਜੋਖਾ ਸਭ ਕੁਝ ਹੈ ਉਹਦੇ ਪਿੱਛੇ ਇੱਕ ਸੇਵਾ ਭਾਵ ਮਸਟ ਹੈ। ਤੇ ਸਿਮਰਨ ਐਂਡ ਸੇਵਾ ਜਿਹੜੇ ਨੇ ਹੁਣ ਸਾਡੇ ਇੱਕ ਦੋ ਕਾਮਨ ਵਰਡਸ ਹੋ ਜਾਣਗੇ ਜਿਹੜੇ ਅੱਗੇ ਦਾ ਮੋਡਿਊਲ ਸਾਡਾ ਚੱਲਦਾ ਰਹੇਗਾ। ਅਸੀਂ ਕੁਝ ਬੇਸਿਕ ਟਰਮੀਨੋਲੋਜੀ ਹੈ ਜੋ ਸਮਝਣਾ ਚਾਹਾਂਗੇ ਜਿਹਦੇ ਨਾਲ ਕਿ ਸਾਨੂੰ ਵੈਲਿਊਜ਼ ਔਰ ਵਰਚੂਜ਼ ਇਹ ਕਿੱਥੇ ਜਾ ਕੇ ਆਪਣਾ ਘਰ ਕਰਦੀਆਂ ਨੇ, ਕਿਸ ਤਰ੍ਹਾਂ ਆਉਂਦੀਆਂ ਨੇ, ਕਿਸ ਤਰ੍ਹਾਂ ਸਾਨੂੰ ਇਹਨਾਂ ਦੀ ਸੋਝੀ ਪੈਂਦੀ ਹੈ, ਇਹਨਾਂ ਦਾ ਬੇਸਿਕ ਕੀ ਹੈ, ਉਹ ਅਸੀਂ ਅਗਰ ਲੈ ਕੇ ਚੱਲੀਏ ਤੇ ਸਰਮਖੰਡ ਦੇ ਵਿੱਚ ਗੁਰੂ ਸਾਹਿਬਾਨ ਨੇ ਫਰਮਾਇਆ ਹੈ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ। ਉਹ ਸਰਮਖੰਡ ਜਿੱਥੇ ਕਿ ਇਨਸਾਨ ਦੇ ਹੁਣ ਕਰਮ ਜਿਹੜੇ ਨੇ ਉਹ ਬਹੁਤ ਜੁਝਾਰੂ ਹੈ, ਬਹੁਤ ਮਿਹਨਤੀ ਹੈ, ਸਭ ਕਰਮ ਜਿਹੜੇ ਨੇ ਉਹਦੇ ਵਿਜ਼ੀਬਲ ਨੇ। ਉਸ ਖੰਡ ਦੇ ਵਿਚਕਾਰ ਜਿਸ ਚੀਜ਼ ਦੀ ਘਾੜਤ ਘੜੀ ਜਾ ਰਹੀ ਹੈ ਉਹ ਹੈ ਸੁਰਤ ਮਤ ਮਨ ਔਰ ਬੁੱਧ। ਚਾਰ ਚੀਜ਼ਾਂ ਦਾ, ਚਾਰ ਵਰਡਸ ਦਾ ਇੱਥੇ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ। ਤੇ ਇਹ ਜੋ ਹੈ ਵੈਲਿਊਜ਼ ਹੈਵ ਏ ਪ੍ਰੋਫਾਊਂਡ ਰਿਲੇਸ਼ਨ, ਬੜਾ ਗਹਿਰਾ ਰਿਲੇਸ਼ਨਸ਼ਿਪ ਹੈ ਇਹਨਾਂ ਚਾਰਾਂ ਦੇ ਨਾਲ। ਜਿਸ ਨਾਲ ਦੀ ਅਸੀਂ ਵੈਲਿਊਜ਼ ਦੀ ਗੱਲ ਕਰਨ ਜਾ ਰਹੇ ਹਾਂ ਇਹਨਾਂ ਚਾਰਾਂ ਦੇ ਨਾਲ ਵੀ ਉਹਦਾ ਬਹੁਤ ਗਹਿਰਾ ਸੰਬੰਧ ਹੈ। ਉਹ ਅਸੀਂ ਸਟੈਪ ਬਾਈ ਸਟੈਪ ਚੱਲਦੇ ਹਾਂ। ਪਹਿਲੇ ਅਸੀਂ ਗੱਲ ਕਰੀਏ ਸੁਰਤ ਦੀ। ਤੇ ਸੁਰਤ ਦੇ ਬਾਰੇ ਗੁਰੂ ਸਾਹਿਬਾਨ ਨੇ ਫਰਮਾਇਆ ਹੈ ਏਕਾ ਸੁਰਤ ਜੇਤੇ ਹੈ ਜੀ ਸੁਰਤ ਵਿਹੀਣਾ ਕੋਇ ਨ ਕੀ ਕਿ everyone has one consciousness and no one is created without conscious। ਇੱਥੇ conscience ਨਹੀਂ ਕਿਹਾ, ਇੱਥੇ conscious ਕਿਹਾ। ਮਤਲਬ ਕਿ ਇੱਕ ਜਾਗਰੂਕ ਹੋਣਾ, ਅਵੇਅਰ ਹੋਣਾ, ਸੁਰਤ ਵਿੱਚ ਹੋਣਾ, ਸਮਝਣਾ ਚੀਜ਼ਾਂ ਨੂੰ। ਜਿਵੇਂ ਅਸੀਂ ਕਹਿੰਦੇ ਗੁਰਬਾਣੀ ਵਿਚਾਰ ਕਰ ਰਹੇ ਹਾਂ ਤੇ ਸਾਡੀ ਸੁਰਤ ਦੇ ਵਿਚਕਾਰ ਉਹ ਚੱਲ ਰਹੀ ਹੈ। ਅਸੀਂ ਕੌਨਸ਼ੀਅਸ ਦੀ ਗੱਲ ਨਹੀਂ ਕਰ ਰਹੇ, ਕੌਨਸ਼ੀਅਸ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਸੁਰਤ ਵਿੱਚ ਹਾਂ, ਅਸੀਂ ਸੁਣ ਰਹੇ ਹਾਂ। ਕਈ ਵਾਰ ਹੁੰਦਾ ਅਸੀਂ ਸੁਰਤ 'ਚ ਨਹੀਂ ਹੁੰਦੇ, ਸਾਡੇ ਸਾਹਮਣੇ ਕੁਝ ਹੁੰਦਾ, ਅੱਖਾਂ ਦੇ ਸਾਹਮਣੇ ਕੁਝ ਹੁੰਦਾ, ਉਹ ਨਹੀਂ ਦੇਖ ਰਹੇ ਹੁੰਦੇ, ਅਸੀਂ ਕੁਝ ਹੋਰ ਸੋਚ ਰਹੇ ਹੁੰਦੇ ਆ, ਸਾਡੀ ਸੁਰਤ ਕਿਤੇ ਹੋਰ ਗਈ ਹੋਈ ਹੁੰਦੀ ਹੈ। ਤਾਂ ਉਹ ਅਵਸਥਾ ਵੀ ਹੁੰਦੀ ਹੈ। ਸੋ ਸੁਰਤ ਬੇਸਿਕਲੀ ਇਜ਼ ਅ ਥਾਟ ਪ੍ਰੋਸੈਸ। ਬੇਸਿਕਲੀ ਜਿਹਨੂੰ ਅਸੀਂ ਸੁਰਤ ਕਹਿੰਦੇ ਹਾਂ ਉਹ ਸੋਚ ਹੈ, ਵਿਚਾਰ ਆ ਰਹੇ ਨੇ, ਇਨਪੁਟਸ ਆ ਰਹੀਆਂ, ਜਗ੍ਹਾ ਜਗ੍ਹਾ ਤੋਂ ਸਾਨੂੰ ਫੀਡ ਆ ਰਹੀ ਹੈ, ਪਿਛਲੇ ਐਕਸਪੀਰੀਅੰਸ ਆ ਰਹੇ ਹਨ, ਅਸੀਂ ਸਾਰਾ ਕੁਝ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ। ਸੋ ਇਨਵੋਲਵਿੰਗ ਵਿਜ਼ਡਮ ਐਂਡ ਡਿਜ਼ਾਇਰਸ ਲੀਡਿੰਗ ਟੂ ਐਕਸਪੀਰੀਅੰਸ ਐਂਡ ਡਿਸੀਜ਼ਨ ਮੇਕਿੰਗ, ਉਹ ਸੁਰਤ ਹੈ ਕਿ ਅਸੀਂ ਆਪਣੀ ਵਿਜ਼ਡਮ ਨੂੰ ਇਨਵੋਲਵ ਕਰ ਰਹੇ ਹਾਂ ਔਰ ਡਿਜ਼ਾਇਰਸ ਜਿਹੜੀਆਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਔਰ ਜੋ ਸਾਡਾ ਐਕਸਪੀਰੀਅੰਸ ਹੈ ਡਿਸੀਜ਼ਨ ਮੇਕਿੰਗ ਉਹ ਸੁਰਤ ਤੋਂ ਆ ਰਿਹਾ ਹੁੰਦਾ। ਤਾਂ ਸਾਡੀ ਸੁਰਤ ਫਾਈਨਲੀ ਕਹਿੰਦੀ ਹੈ ਇਹ ਕਰੋ ਇਹ ਨਾ ਕਰੋ। तो एक है वर्ड मत, सुरत मत मन बुद्ध। दूसरा वर्ड मत है जैसी मत दे तैसा प्रगास पार ब्रह्म करता अविनाश। So as the wisdom is bestowed, so is one enlightened। परमात्मा जिन्नी जिन्नी सानू मत देवेगा, एक मत ते जन्म तो ही साडे कोल है। उस तो बाद असी अपने एफर्ट करते हैं, असी अपनी विजडम जो भी है उन्होंने बढ़ाना चाहते हैं, असी गुरु कोल जाते हैं, गुरु कोल विजडम लेंदे हैं। तो जितनी जितनी साडी विजडम आती जाएगी उतना उतनी साडी एनलाइटनमेंट भी बढ़ती जाएगी। So the supreme Lord God, the Creator is eternal and everlasting। वो परमात्मा जिन्हें कि सब चीज़ों का सोर्स है, असी क्या वो सानू साडी मत नू भी प्रभावित कर रहे हैं। वो गुरु के थ्रू साडी मत भी आहिस्ता आहिस्ता घड़ी जा रही है। सो जिन्नू मत कहते हैं उहदे च मैमोरी है, पास्ट एक्सपीरियंसिस हैं, वैल्यूज़ हैं, साडियां नीड्स हैं, साडियां लाइक्स और डिसलाइक्स हैं, प्री प्रोग्राम्ड एक्शंस हैं। बहुत बड़ा सब्जेक्ट है।
वो जो लर्नड बिहेवियर है वो है, रिएक्शंस हैं, इमोशंस हैं, बहुत कुछ है इस मत दे अंदर, बहुत कुछ भरिया होया। और ये मत नूं ही सानू सुधारना है, ठीक करना है और गुरु दे राह दे नाल तुर पैना है। जो गुरु की शिक्षा मिल रही है, जो वैल्यूज मिल रही हैं, वो सब नाल लैके चलण लई सानू आहिस्ता आहिस्ता ये सारियां चीज़ां विचकार जो साडे दिमाग च भरिया होया, जिन्हों ये भी कह सकते हैं कि शायद कचरा चीज़ों नाल भरना है कि असीं आनंद की अवस्था वाल तुरदे रहिए। फिर आंदी गल मन दी, मन की चीज़ है। गुरु साहब कहते एह मन शक्ति, एह मन सियो, एह मन पंच तत्व को जियो, ए मन ले जो उन्मन रहे, तो तीन लोक की बातें कहे। कहते माई माइंड टेक्स द रोल ऑफ पावर, ए मन शक्ति। ए कदी कदी साडा जो मन है वो बड़ा शक्तिशाली हो जाता है। मन का मतलब मेरी डिजायर्स है कि हुण मैं कुछ बहुत पावरफुल काम करा। माई माइंड बिकम्स डिवाइन ऑल्सो, यह मन सीओ, ये डिवाइन वाल भी जुड़न की कोशिश करता है। यह मन पंच तत्व को जियो, ये जो माइंड है इट फुलफिल्स द नीड्स ऑफ 5 एलिमेंट। जिहड़े मेरे फिजिकल नीड है उन्होंने भी डिजायर उठ रही ने। बेसिकली इत्थे जो माइंड वर्ड आया वो मन लिए आया, क्योंकि ऊपर ए मन शक्ति, ए मन सीओ है। सो इस तरह का वर्ड असी माई डिजायर्स टेक द रोल ऑफ पावर भी लिख सकते सी, पर जो जनरली वर्ड यूज हो रहा है वो माइंड है। बट एज सच इट्स ए डिजायर, माई डिजायर्स टेक द रोल ऑफ पावर, माई डिजायर बिकम्स डिवाइन एंड सो ऑन। तो असी उस तरह भी उन्होंने पढ़ के समझ सकते हैं। वो कहते ने ए मन ले जाओ उनमन रहे, अगर ए मन लै लवो तुसी मेरे को, जड़ा मेरा मन है ए मन नू नष्ट भी कर दो, उनमन रहे। जड़ा एक डिजायरलेस मेरा मन है वो फिर भी रह जाए, तो तीन लोग की बातें कहे। कबीर दास जी कहते फिर वो तिन्ना लोगों दी गल्लां दस्सण लग जाता है। फिर वो हर लोग ते जिसनूं असीं कहंदे हैं गुरु साहबान नूं इतनी वड्डी सोच ही किस तरह सी कि पूरे यूनीवर्स के बारे दसी जा रहे हैं और बिल्कुल करैक्ट दसी जा रहे हैं। तिन्ना लोगों दी गल्लां दस दिंदे ने। कहंदे अगर मेरा सिर्फ उनमन रह जाए और ये मन चला जाए, दैट मीन डिजायर्स वाला मन चला जाए, तो तिन्ना लोगों दी गल्लां भी दस सकता है। बहुत ही पावरफुल है मन, जड़ा बहुत पावरफुल साडे कोल एक टूल है। और बेसिकली इट्स ए बंडल ऑफ डिजायर्स एंड एक्टिव नीड्स। जड़ा आम मन है, पर जो उनमन है वो उस मन तो परे है। मैंने जरूर क्वेश्चंस होणगे जिहड़े तुसीं नोट कर सकते हो, असीं बाद विच एंड विच डिस्कस भी कर लवांगे। हुण असीं गल करदे हां बुद्ध दी। जिथे घड़ीए सुरत मत मन बुद्ध, ते ये जो बुद्ध है इनू बुद्ध और मत दोनों नू इकट्ठे ही पंचम पातशाह ने एक पंक्ति च कहा है, सा बुद्ध दीजे जित विसरे नाही, सा मत दीजे जित तुद त्याई। परमात्मा मैनू इदां दा इंटलैक्ट दे कि मैं तेनू ना भुलां। मेरियां बाकी इंटैलीजेंस जदों काम कर रही होण उहदे नाल नाल ये हमेशा याद रहे, परमात्मा तू मेरे नाल है हर वेले, तू मैनू वॉच कर रहे हैं, तू मैनू गाइड कर रहे हैं, तू मैं कभी भी ना भुलां। मेरे हर एक्शन, मेरे हर इंटैलीजेंट एक्शन दे नाल जो बुद्ध है मेरी, उहदे नाल नाल परमात्मा तू भी नाल चले, वो मैनू कभी भी ना भुले। और नाल नाल ऐसी भी मत दे जिथे कि मैं ध्यान विच तेरे लग सकां। सो इन्हों थोड़ा जिहा असीं अगे चलांगे, होर क्लैरिटी आएगी। और जो बुद्ध है वो है इंटलैक्ट, रीजनिंग, कैलकुलेशंस, स्किल्स जिहड़ियां असीं जिंदगी विच लर्न करते हैं। वो कई बार असीं एजुकेशन के थ्रू बड़ा कुछ लर्न करते हैं, एक्सपीरियंसिस के थ्रू लर्न करते हैं। सो जो डिस्कस करते हैं तां भी लर्न करते हैं, माँ प्यो तो लर्न करते हैं, बड़ा कुछ लर्न करते हैं। जो दुनिया च असीं लर्न कर रहे हैं उहदे विच कुछ लर्न करन जोगा है, कुछ लर्न करन जोगा नहीं भी है। तो जदों परमात्मा साडे नाल चलदा है तो जो लर्न करन जोगा नहीं है वो छुट जाता है, तो जो लर्न करन जोगा है वो साडे नाल नाल चलदा है जदों परमात्मा साडे नाल नाल हुंदा है। सो सा बुद्ध दीजे जित विसरे नाई, मैनूं उदां दी इंटलैक्ट दई परमात्मा कि मैनूं ये लगे नाल नाल तू भी है, मैं उसी बुद्ध नूं इस्तेमाल करा अपनी। जदों ये फील होए परमात्मा इस बुद्ध नूं मैं परमात्मा तेरे नाल जोड़ के देख पा रहा। सो ये कुछ बेसिक कॉन्सैप्ट हैं, इनूं असीं थोड़ा जिहा जिहड़ा अल्टीमेटली जिहड़े चारों वर्ड्स आए हैं सुरत मत मन बुद्ध, इन्हां चारां दा लिंक ही किथे माइंड नाल है।
ब्रेन नाल, रादर आई वुड रादर पुट इट, ते एक कंट्रोल सेंटर है साडा। इंसान दी एक बांह चली जाए तो यह नहीं हुंदा कि ਉਹਦੇ ਕੋਲੇ ਚਾरों च कुछ चीज़ चली गई, या कोई होर शरीर का अंग अगर डिसेबल हो जाए तो इस तरह नहीं हुंदा कि कंट्रोल सेंटर जिहड़ा जद तक वो है तां तक इंसान सब कुछ अजे कह सकते हैं कि पूरी तरह नाल इस लायक है कि परमात्मा नाल जुड़ सके। सो माइंड जिहड़ा कंट्रोल सेंटर है, इनू असीं थोड़ा जिहा होर समझण दी कोशिश करते हैं। जिहड़ा माइंड असीं इनू बॉस भी लोग कहंदे ने, पूरे शरीर का साडा बॉस है, पर उस दे विच भी एक रियल बॉस कौन है साडे कोल? within mind also who is the real boss? So साडे जो 90% टाइम काम करदा ना, वो सबकॉन्शियस माइंड है। ਅਸੀਂ ਸੁੱਤੇ ਹੁੰਦੇ ਹਾਂ ਤਾਂ ਵੀ सबकॉन्शियस माइंड नहीं ਸੌਂਦਾ। कई बार सानू सुपने के थ्रू याद रहिंदा, कई बार नहीं याद रहिंदा, पर सबकॉन्शियस माइंड 24 घंटे दिन रात एक्शन च रहिंदा। जो कॉन्शियस माइंड है वो सिर्फ 10%। एक्चुअली दिस इंफॉर्मेशन इज टेकन फ्रॉम इंटरनेट आफ्टर रीडिंग सर्टेन आर्टिकल्स। और कई ने तो कहा कि कॉन्शियस जिन्होंने असीं सुरत भी कहा है, वो हार्डली 1-1.5% ही एक्शन है उदा। उस तो इलावा तो जो सब पिछे चल रहा है सबकॉन्शियस माइंड के अंदर बहुत ही थोड़ा रोल है कॉन्शियस माइंड का, कि जिस वेले लोड़ पई कोई विचार आया उन्होंने की करना अगे की नहीं करना और फिर चल पे, बाकी सबकॉन्शियस माइंड लगातार चल रहा होंगे। और सुपर कॉन्शियस माइंड भी लेस देन 1% है उदा रोल। सो साडा जो रियल कह सकते हो जो ब्रेन है या बॉस है पूरा, जो सारा कुछ साडे जिहदे ते निर्भर करता है, वो है सबकॉन्शियस। और इनू सानू थोड़ा जिहा होर गहराई जाके समझना पेगा और फिर सानू लिंक करना पेगा तिथे घड़िए सुरत मत मन बुद्ध दे नाल, कि एक्चुअल दे विचकार हुण साइंटिफिकली असीं इनू अगर देखण दी कोशिश करिए, पहले तो जिन्हों असीं सुपर कॉन्शियस माइंड किया वो ध्यान है, जिन्हों असीं कॉन्शियस किया वो सुरत है, और जो सबकॉन्शियस माइंड है वो साडी मत है या विजडम है। ये टर्मिनोलॉजी जो बाणी च यूज हुई है, उहदे नीयरेस्ट जो सानू वर्ड मिलते हैं वो यही है, सबकॉन्शियस माइंड, सुपर कॉन्शियस एंड कॉन्शियस। इस तो इलावा भी माइंड दीयां 3 अवस्था ने, एक सैमी कॉन्शियस, एक अनकॉन्शियस और एक कोमा। असीं उन्हां तिन्नां दी गल नहीं कर रहे क्योंकि वो तीनों नॉर्मल स्टेट दियां नहीं ने। सो असीं सिर्फ सुपर कॉन्शियस, कॉन्शियस, सबकॉन्शियस की गल करांगे, सैमी कॉन्शियस, अनकॉन्शियस और कोमा की गल नहीं करांगे, क्योंकि वो जिहड़ी है वो मैडिकल दे विचकार एक काइंड ऑफ डिजीज नूं लैके इशूज़ ने। बाकी जो नॉर्मल इंसान है उहदे विच 3 ही लैवल ते चीज़ां ऑपरेट करदियां। चलो इनू असीं हुण थोड़ा जिहा समझिए, और इस टाइम मैं रिक्वेस्ट करांगा थोड़ी अपनी कंसनट्रेशन वधा लेना। ये मॉडल जो असीं डिस्कस करन जा रहे हैं, इहदे विचकार सानू बहुत सारे लिंक मिलणगे, थोड़ा क्लोजली ऑब्जर्व करना इनू। तो साडे कोल एक कॉन्शियस माइंड है जिन्हों असीं सुरत किया, जिहदे थ्रू असीं इस टाइम जो विचार कर रहे हो तुसीं, जो मैं बोल रहा और जो विचारां विच जा रहा है, या जो पुराना तुहाडा एक्सपीरियंस नाल आ रहा, उहदे नाल नाल तुहाडे अपने विचार आ रहे हैं, वो विचार जिथे इकट्ठे होके जिन्हां दी प्रोसैसिंग हो रही है वो कॉन्शियस माइंड है। इस दे उपर एक सुपर कॉन्शियस माइंड है जिहदी असीं गल करांगे, और सब कॉन्शियस माइंड है। ते असीं हुण थोड़ा सब कॉन्शियस माइंड नूं समझदे हां, उहदे विच की कुछ पिया होया। सबकॉन्शियस माइंड के अंदर एक तो इन्हें साडे इंप्रैशनस, वो इंप्रैशनस जिहड़े हुंदे ने, इंप्रैशन मतलब जिवें किसी चीज़ के निशान अपना छोड़ जाती है कोई चीज़। जरूरी नहीं कि कोई चीज़ मैनू किसी ने कही है मैनू वर्ड फॉर वर्ड एज इट इज़ याद होए, पर मैनू उहदा इंप्रैशन होएगा कि इहदे बारे उन्हें मैनू इस तरह का कुछ कहा सी। सो वो साडी मैमोरी च है, एक्सपीरियंस विच है, साडे बिलीफ सिस्टम विच है, साडियां वैल्यूज़ विच है, साडियां लाइक्स एंड डिसलाइक्स, ये सब साडे इंप्रैशनस ऑलरेडी अंदर है ने। लाइक्स डिसलाइक्स भी बदलते रहंदे ने, इंप्रैशनस बदलते रहंदे ने, पर वो सारा कुछ रहिंदा साडे सबकॉन्शियस माइंड के अंदर है। अगर मैनू कोई पर्टिकुलर फ्रूट आम पसंद है, फॉर एग्जाम्पल मैंगो, तो मैंगो दिखते ही शायद मेरी अखां 1-2 सेकंड रुक जान, कोई होर फ्रूट होए तो मेरी अखां किते होर मुड़ जाणगियां भी पिया होया तो मैनू कोई फर्क नहीं पैंदा। सो ये बड़ा अपना रोल प्ले करी जा रहे होंदे ने अपने नाल नाल। ते जिहड़ी चीज़ मैनू पसंद है, जिहड़ी नहीं पसंद, उधर मेरा मुंह बिल्कुल ही फिर जाएगा कि इधर क्यों देख रहे हैं। फिर दूसरा मत दे सबकॉन्शियस माइंड के अंदर एक ऑटो पायलट है।
ਇਹ ਆਟੋ ਪਾਇਲਟ ਜਿਹਨੂੰ ਅਸੀਂ ਅੱਜ ਦੀ ਡੇਟ ਵਿੱਚ ਪ੍ਰੋਗਰਾਮਿੰਗ ਕਹਿੰਦੇ ਆ, ਉਹ ਪ੍ਰੋਗਰਾਮ ਵੀ ਚੱਲ ਰਹੇ ਹੁੰਦੇ ਨੇ। ਉਹਦੇ 'ਚ ਪ੍ਰੀ ਪ੍ਰੋਗਰਾਮਡ ਐਕਸ਼ਨਸ ਹੁੰਦੇ ਨੇ। ਕੋਈ ਸਾਹਮਣੇ ਮੱਖੀ ਆਏ, ਅਸੀਂ ਹੱਥ ਮਾਰ ਦਿੱਤਾ। ਜਿਹੜੀ ਸਾਡੀ ਸਪਾਈਨਲ ਕਾਰਡ ਹੈ ਉਹਦੇ ਵਿੱਚ ਸਬਕੌਂਸ਼ੀਅਸ ਮਾਈਂਡ ਦਾ ਇਹ ਹਿੱਸਾ ਜਿਹੜਾ ਹੈ ਸਾਡੇ ਸਪਾਈਨਲ ਕਾਰਡ ਦੇ ਅੰਦਰ ਤੱਕ ਗਿਆ ਹੋਇਆ ਹੁੰਦਾ ਕਿ ਅਸੀਂ ਕੋਈ ਵੀ ਚੀਜ਼ ਸਿਚੁਏਸ਼ਨ ਦੇ ਸਾਹਮਣੇ ਸਾਨੂੰ ਆਲਰੇਡੀ ਪਤਾ ਹੈ। ਕੋਈ ਸਾਹਮਣੇ ਆਇਆ ਇੱਕਦਮ ਸਤਿ ਸ੍ਰੀ ਅਕਾਲ ਜਾਂ ਗੁਰੂ ਫਤਿਹ ਬੁਲਾ ਦਿੱਤੀ, ਉਹ ਸਾਡੇ ਪ੍ਰੀ ਪ੍ਰੋਗਰਾਮਡ ਐਕਸ਼ਨਸ ਨੇ। ਲਰਨਡ ਬਿਹੇਵੀਅਰ ਹੈ, ਰਿਐਕਸ਼ਨਸ ਨੇ, ਇਮੋਸ਼ਨਸ ਨੇ, ਇਹ ਸਾਡੇ ਸਾਰੇ ਆਟੋ ਪਾਇਲਟ ਦੇ ਵਿਚਕਾਰ ਚੱਲ ਰਹੇ ਹਨ। ਔਰ ਇਸ ਤੋਂ ਇਲਾਵਾ ਇੱਕ ਇੰਟੈਲੈਕਟ ਹੈ ਜਿਹਦੇ ਵਿਚਕਾਰ ਲੌਜਿਕਸ ਹੈ, ਰੀਜ਼ਨਿੰਗ ਹੈ, ਕੈਲਕੂਲੇਸ਼ਨਸ ਐਂਡ ਸਕਿੱਲਸ ਹੈ। ਇਹਦੇ 'ਚ ਬਹੁਤ ਕੁਝ ਅਸੀਂ ਸਿੱਖਦੇ ਹਾਂ ਦੁਨੀਆ 'ਚ ਆ ਕੇ। ਜਿਹੜੀਆਂ ਬਾਕੀ ਚੀਜ਼ਾਂ ਉਹ ਆਹਿਸਤਾ ਆਹਿਸਤਾ ਡਿਵੈਲਪ ਹੁੰਦੀਆਂ ਜਾਂਦੀਆਂ, ਪਰ ਜਿਹੜਾ ਇੰਟੈਲੈਕਟ ਹੈ ਇਹਦੇ ਵਿਚਕਾਰ ਸਾਨੂੰ ਬਹੁਤ ਕੁਝ ਸਕੂਲਾਂ ਤੋਂ ਕਾਲਜਾਂ ਤੋਂ ਵੀ ਸਿੱਖਣਾ ਪੈਂਦਾ, ਔਰ ਵੈਸੇ ਵੀ ਸਿੱਖਦੇ ਹਾਂ, ਬਾਕੀ ਇੱਕ ਦੂਸਰੇ ਤੋਂ ਵੀ ਸਿੱਖਦੇ ਹਾਂ। ਸੋ ਇਹ ਸਬਕੌਂਸ਼ੀਅਸ ਮਾਈਂਡ ਦੇ ਵਿਚਕਾਰ ਸਾਡੇ ਬਹੁਤ ਕੁਝ ਹੈ ਜਿਹਨੂੰ ਅਸੀਂ ਕਿਹਾ 90% ਤੋਂ ਜ਼ਿਆਦਾ ਕੰਮ ਸਾਡੇ ਸਬਕੌਂਸ਼ੀਅਸ ਮਾਈਂਡ ਦਾ ਹੀ ਹੁੰਦਾ। ਕੌਂਸ਼ੀਅਸ ਮਾਈਂਡ ਤੇ ਕੋਈ ਸੈਕੰਡਲੀ ਚੀਜ਼ ਆਉਂਦੀ ਔਰ ਚਲੀ ਜਾਂਦੀ ਹੈ। ਹੁਣ ਕੀ ਹੈ, ਸਾਡੇ ਕੋਲ ਦੋ ਤਰ੍ਹਾਂ ਦੇ ਸਟਿਮੂਲਸ ਨੇ। ਸਟਿਮੂਲਸ ਮਤਲਬ ਜਿਹਦੇ ਨਾਲ ਸਾਨੂੰ ਕੋਈ ਸਟਿਮੂਲੇਟ ਕਰਨਾ ਜਾਂ ਕਿਸੇ ਨੂੰ ਕੋਈ ਚੀਜ਼ ਦੀ ਸ਼ੁਰੂਆਤ ਕਰਨੀ ਜਿਵੇਂ ਹੁੰਦੀ ਹੈ। ਜਿਵੇਂ ਉਹਨੇ ਪੰਜ ਤੇ ਸਾਡੇ ਸਾਈਟ, ਸਾਊਂਡ, ਸਮੈਲ, ਸਕਿਨ, ਔਰ ਇਹ ਸਾਰੀਆਂ ਚੀਜ਼ਾਂ ਸਾਡੇ ਸਟਿਮੂਲਸ ਹੈ। ਸਾਡੀ ਅੱਖਾਂ ਦੇ ਅੱਗੇ ਕੋਈ ਚੀਜ਼ ਆਈ, ਉਹ ਸਟਿਮੂਲਸ ਹੈ ਕਿ ਸਾਡੇ ਬ੍ਰੇਨ ਨੂੰ ਜਾਂ ਕੌਂਸ਼ੀਅਸ ਮਾਈਂਡ ਨੂੰ ਆ ਕੇ ਉਹ ਪ੍ਰਭਾਵਿਤ ਕਰ ਸਕਦੀ ਹੈ ਜਨਰਲੀ, ਪਰ ਜਨਰਲੀ ਕਰਦੀ ਵੀ ਹੈ। ਔਰ ਕਈ ਵਾਰ ਜੋ ਸਟਿਮੂਲਸ ਹੈ ਉਹ ਬ੍ਰੇਨ ਦੇ ਅੰਦਰੋਂ ਹੀ ਉੱਠ ਰਿਹਾ ਹੁੰਦਾ, ਕੋਈ ਥਾਟ ਆਪਣੇ ਆਪ ਉੱਠ ਰਿਹਾ। ਸੋ ਸਾਡੇ ਕੋਲ ਐਕਸਟਰਨਲ ਸਟਿਮੂਲਸ ਹੈ ਜਿਹਦੇ 'ਚ ਕਿ ਪੰਜ ਇੰਦਰੀਆਂ ਨੇ, ਔਰ ਪੈਰਲਲੀ ਸਾਡੇ ਕੋਲ ਅੰਦਰੋਂ ਵੀ ਥਾਟ ਉੱਠ ਸਕਦੇ ਨੇ। ਇਵਨ ਸੁੱਤੇ ਹੋਏ 'ਚ ਅੱਖਾਂ ਬੰਦ ਕਰਕੇ ਵੀ ਸਾਡੇ ਥਾਟ ਕੰਟੀਨਿਊ ਰਹਿੰਦੇ ਨੇ। तो साढ़े को दो स्टिमुलस होंगे ने, दो तरह के एक्सटर्नल और इंटरनल। तो एक्सटर्नल जोड़े पांच इंद्रियां के थ्रू आते हैं स्टिमुलस, और ये जोड़े ने ना ये स्टार्ट हो जाते हैं मूव करना टूवर्ड्स कॉन्शियस माइंड। साढ़े कॉन्शियस माइंड की तरफ चल पैंदे ने, मतलब इन्हीं नूं देर लगती है, फ्रैक्शन ऑफ सैकेंड दे विच कॉन्शियस माइंड पहुंच जाते हैं। पर उस तो पहला एक फिल्टर लग्या होया हुंदा, वो फिल्टर हुंदा एक्टिव नीड्स एंड डिजायर्स का। फॉर एग्जाम्पल मैनू भुख लगी है तो मेरे कोई सामने चीज़ आई, वो मेरे खाण लायक नहीं, वो फिल्टर होके जाएगी। मैं हुण जो इस टाइम जो भी बोल रहा, अगर ये तुहानू पसंद नहीं होएगा, तुहाडा कॉन्शियस माइंड कहेगा इस गल नूं मैं रिजैक्ट करना, वो फिल्टर होके आएगा। तुहाडीआं नीड्स, तुहाडीआं डिजायर्स जो भी हैं, तुसीं भी उन्होंने फिल्टर कर सकते हो कि जो मैं इन्फॉर्मेशन दे रहा वो फिल्टर होने कॉन्शियस माइंड तक मेरी नीड्स एंड डिजायर्स नूं पास करके आती। सो इनू बड़े अगर ध्यान नाल देखो तो सबकॉन्शियस माइंड या बाहरों की जो भी सानू स्टिमुलस जनरेट हो रहे हैं, जिथे सेंटर जिथे 2 लिखे इतने 2 एरोज भी होर छोटे जे लगे। उसका मतलब है कि इहदे नाल कोई प्री प्रोग्राम्ड एक्शनस भी आ सकते हैं, मेरे लॉजिक्स भी आ सकते हैं, रीजनिंग आ सकती है, मेमोरी आ सकती है। मेमोरी जो अज की कंप्यूटर में रैम होंगी है, वो रैम बिल्कुल क्लोज ऑफ कॉन्शियस माइंड पई होंगी है। दैट मीनस उस मेरे सामने कोई इंसान आया, ਉਹਦੇ ਨਾਲ ਰਿਲੇਟਡ 10 ਗੱਲਾਂ ਵੀ ਨਾਲ ਹੀ ਯਾਦ ਆ ਜਾਂਦੀਆਂ, ਉਹ ਵੀ ਨਾਲ ਹੀ ਆ ਜਾਂਦੀਆਂ, ਕੌਨਸ਼ੀਅਸ ਮਾਈਂਡ ਦੇ ਕੋਲ ਆ ਕੇ ਰੁਕ ਜਾਂਦੀਆਂ। ਸੋ ਉਹਦੇ ਤਿਆਰੀ ਹੈ ਕਿ ਉਸ ਬੰਦੇ ਨਾਲ ਜਦੋਂ ਡੀਲ ਕਰਨਾ ਹੈ ਤੇ ਸਾਨੂੰ ਪਿਛਲਾ ਵੀ ਯਾਦ ਰਹਿਣਾ ਚਾਹੀਦਾ। ਉਹ ਵੈਸੇ ਮੈਮੋਰੀ 'ਚ ਪਈਆਂ ਰਹਿਣਗੀਆਂ, 4 ਸਾਲ ਟੱਚ ਨਹੀਂ ਹੋਣਗੀਆਂ, ਪਰ ਇੱਕ ਦਿਨ ਅਚਾਨਕ ਸਾਹਮਣੇ ਆ ਜਾਣਗੀਆਂ ਉਹ ਸਾਰੀਆਂ ਗੱਲਾਂ। ਸੋ ਜਿਹਨੂੰ ਰੈਂਡਮ ਐਕਸੈਸ ਮੈਮੋਰੀ ਹੈ, ਉਹ ਕੌਨਸ਼ੀਅਸ ਮਾਈਂਡ ਦੇ ਬਿਲਕੁਲ ਨਜ਼ਦੀਕ ਪਈ ਹੋਈ, ਉਹ ਸਾਡੇ ਕੌਨਸ਼ੀਅਸ ਮਾਈਂਡ ਨੂੰ ਲਗਾਤਾਰ ਚਲਾ ਰਹੀਆਂ, ਸਭ ਚੀਜ਼ਾਂ ਮਿਲ ਕੇ ਹੁਣ ਚਲਾ ਰਹੀਆਂ ਨੇ। ਜਿਹੜੇ ਐਰੋਜ਼ ਦਿਖਾਏ हैं 3 एरो, एक तो स्टिमुलस है नंबर 2, और बाकी 2 एरो उहदे च बिहेवियर, रिएक्शंस, एक्शंस, रीजनिंग, लॉजिक सब कुछ नाल तुरिया हुंदा। ये कॉन्शियस माइंड है। जो कॉन्शियस माइंड ने एक सिचुएशन नूं जज कर लिया तो इस तो बाद कॉन्शियस माइंड या तो बॉडी नूं कहंदा एक्शन लवो, कोई बॉडी नूं मतलब हाथ पैर चलणगे, कोई एक्शन लिया जाएगा, कोई चीज़ सामने पई असीं उठा के खा लांगे, भुख लगी है तो, या जो भी होएगा, या जो भी चल के चलना शुरू कर देंगे पैरों तो, या जो भी एक्शन लेना है बॉडी एक्शन ले सकती है। एक्शन लैन तो बाद ये वापस दोबारा सबकॉन्शियस माइंड से चला जाएगा। सबकॉन्शियस माइंड ये एक्शन 10 मिनट भी रुक सकता है, एक दिन भी रुक सकता है, कई साल भी एक्शन रुक सकता है। उसकी इंपॉर्टेंस से डिपेंड करेगा कि वो एक्शन कितना इंपॉर्टेंट सी। कोई एक्शन लिया हो सकता है मैनू 20 साल बाद भी याद रहे, और हो सकता है कोई एक्शन मैं 10 मिनट बाद भी भूल जाए। ਅਸੀਂ ਮੱਛਰ ਸੀ ਹੱਥ ਮਾਰ ਕੇ ਉਡਾਤਾ, ਉਹਨੂੰ ਯਾਦ ਵੀ ਨਹੀਂ ਸਾਨੂੰ। ਸੋ ਡਿਪੈਂਡ ਕਰਦਾ ਹੈ ਕਿ ਕਿੰਨਾ ਸੀਰੀਅਸਲੀ ਲੈਣਾ ਹੈ। ਕੌਨਸ਼ੀਅਸ ਮਾਈਂਡ ਹੀ ਦੱਸਦਾ ਕਿ ਇਹਨੂੰ ਕਿਤਨੀ ਗਹਿਰਾਈ ਤੱਕ ਲੈ ਕੇ ਜਾਓ ਐਕਸ਼ਨ ਨੂੰ।
मतलब सबकॉन्शियस माइंड कितनी गहराई च भी जाके इनू रखो, वो भी कॉन्शियस माइंड ही डिसाइड करता है। या तो ये होएगा एक साइड ते, या फिर जो ਅਸੀਂ ਲੈਫਟ ਸਾਈਡ ਤੇ ਦੇਖਣ ਜਾ ਰਹੇ ਹਾਂ, बॉडी ਦਾ ਕੋਈ ਐਕਸ਼ਨ ਨਹੀਂ ਹੈ, ਪਰ ਮਾइंड ने कुछ सोचा और सबकॉन्शियस माइंड ਵਿੱਚ ਰੱਖ ਦਿੱਤਾ ਉਹਨੂੰ। फॉर एग्जाम्पल ਅਸੀਂ सोचिए कल मैं इस बंदे ਨੂੰ मिलन जाना है, बस इतना ही काफ़ी है। वो अपनी मैमोरी जाके बैठ गया, कॉन्शियस माइंड ने डिसाइड किया कल मैं जावांगा उस बंदे नाल जाके गल करांगा। इस टाइम बॉडी कोई एक्शन नहीं ले रही, विद इन माइंड जिहड़ा है वो कॉन्शियस माइंड तो सबकॉन्शियस माइंड दे विचकार एक डिसीजन जाके रुक गया। तो इस तरह नाल माइंड जिहड़ा साडा काम करदा, जिहदे च ये दसना चाह रहे हैं कि सबकॉन्शियस माइंड दा रोल बहुत वड्डा है। सबकॉन्शियस माइंड जिहड़ा सानू एक्चुअल च चला रहा हुंदा है, दिन रात चला रहा हुंदा है। कॉन्शियस माइंड सो सकदा है, सबकॉन्शियस माइंड कदी नहीं सोंदा। और सबकॉन्शियस माइंड दे विचकार हर वेले सानू लगदा है कि इस तो बाद विचार रुक जांदे ने, कोई विचार नहीं रुकदे। वो शायद सुपने दा रूप लैण या ना लैण, सबकॉन्शियस माइंड चलदा रहिंदा है। सबकॉन्शियस माइंड साडी सारी सुत्ते हुए बॉडी नू भी बड़ियां चीज़ां चला रहा हुंदा है। साडे हार्ट, साडे कई इंटरनल सिस्टम सबकॉन्शियस माइंड तो ट्रिगर हो रहे हुंदे ने कि किथे किथे की पहुंचाना है, किथे फूड पहुंचाना है, किथे की करना है। साडे सुत्ते हुए विच भी कदों असीं पासा पलटना है, की करना है सुत्ते हुए सब सबकॉन्शियस माइंड करी जा रहा हुंदा है। एक क्लॉक्स भी ने उहदी बड़ियां सारियां। सो एक बेसिकली समझण दी कोशिश कर रहे हैं कि हाउ डज द माइंड वर्क। अजे तक असीं सुपर कॉन्शियस माइंड की गल ही नहीं की। और ऐसा भी है कि बहुत सारे मनुख सुपर कॉन्शियस माइंड का कोई फायदा उठाते भी नहीं हैं, छोड़ ही देंगे, रह नहीं दो, उसका कोई लेना देना भी नहीं है। मतलब ये भी एक जीवन हो सकता है जिसे सुपर कॉन्शियस माइंड या एनलाइटनमेंट के कुछ विरले विरले मोमेंट जिंदगी के होण। ये नहीं कह रहे कि बिल्कुल ही नहीं होंदा, बट कोई विरले मोमेंट होणगे, बट उन्होंने कोई सुपर कॉन्शियस माइंड नू एक्टिवेट करने का परपज़ नहीं होंदा। और अगर असी फरदर इनू देखिए तो सुपर कॉन्शियस माइंड तक जाण लई सानू अपनी आत्मा नू विचकार लैके आना हुंदा है, सोल नू, कि मैं हुण आत्मिक तौर ते स्पिरिचुअल तौर ते देखना चाहता की ट्रुथ है, की लाइफ है, की ये होनी चाहिए है। मैं ज्ञान दे विचकार डुब्बी लगाना चाहता, डीप जाना चाहता, उन्होंने समझना चाहता। मैं गुरु की दित्ती शिक्षा नू होर गहराई दे विचकार अपने जीवन च लियाण लई मैनू की करना है। तो उहदे विचकार सानू एक आत्मिक तौर ते इन्वॉल्व होकर सुपर कॉन्शियस माइंड की तरफ जाना पैंदा। जदों असीं सुपर कॉन्शियस माइंड की तरफ जाते हैं तो असीं फिर एक बहुत वड्डे कॉसमोस नाल जुड़ जाते हैं, क्योंकि जितनी गहराई तो चीज़ आएगी सानू उतनी ही वड्डे यूनीवर्स नाल वो जोड़ रही होएगी। वो सिर्फ मेरी तुहाडे वाली गल नहीं होएगी कि उस बंदे नाल मेरा ये लेना देना है। वो एक रोशनी होएगी जिहड़ा हर इंसान नू इस अवस्था च की करना चाहिए उस तरह की चीज़ होएगी। उसका एक यूनीवर्सल कॉन्सैप्ट होएगा। वो कॉसमोस तो जिवें कोई आई चीज़ होएगी, वो एक प्रिंसीपल बन के आएगी, वो एक सिचुएशन बन के नहीं आएगी। तो जो कॉसमोस तो सानू मिलेगा वो सुपर कॉन्शियस माइंड के नाल असीं कनैक्ट होवांगे। तो जो रोशनी आएगी, जो एनलाइटनमेंट होएगी, उसका बहुत वड्डा स्वरूप होएगा, बड़ा वड्डा दायरा होएगा। और वो होएगा अगर असीं प्रिंसीपल नू अडॉप्ट करांगे, उन्होंने असीं देखते हैं वापस की हुंदा है। सुपर कॉन्शियस माइंड तो जो भी आया उन्हें कॉन्शियस माइंड नू दस्सिया कि यह तुहानू नवा ज्ञान मिलिया, ये हुण कॉन्शियस माइंड च वापस ते आना ही पेगा उन्होंने ज्ञान नू। हुण कॉन्शियस माइंड जिस तरह लैफ्ट साइड ते बॉडी का एक्शन है या साडा राइट ते बॉडी का या लैफ्ट ते साडे माइंड दे विच जाके वो बैठ जाना चाहिए कि ये मेरी एक नवी लर्निंग है, एक नवी सिचुएशन है। वो अजे भी बॉडी या फिर माइंड इंटरनली काम करके उन्होंने वापस सब कॉन्शियस तक पहुंचा रहे हैं कि ये हुण जाके वैल्यू सिस्टम जो भी है मेरा एक मेरे मत दे अंदर जाके रुक जाए। इस टर्मिनोलॉजी नूं असीं दोबारा देखने की कोशिश करते हैं कि जिहड़ा सुपर कॉन्शियस माइंड है वो ध्यान है। मैं ध्यान की अवस्था विच हां। जो मेरा कॉन्शियस माइंड है वो सुरत है। आम तौर ते असीं अपनी भाषा विच किसी नूं ये भी कहते हैं भी उहदा जिहड़ा ध्यान रखी, पर एक्चुअल दे विचकार जिहड़ा ध्यान वर्ड असीं अगर बाणी दी राह ते चलीए तो ध्यान जिहड़ा है वो परमात्मा नाल जुड़न दी एक सुपर कॉन्शियस माइंड के विचकार आ रही रोशनी दी ज्ञान दी ही गल है। वैसे असीं ये ध्यान वर्ड यूज कर देंगे हैं, किते जिथे कहना चाहिए ये गल याद रखी, उसकी जगह असीं ये कह देंगे ये ध्यान रखी। जरा
ਕਈ ਵਾਰ ਹੁੰਦਾ ਨਾ, ਇੱਕ ਕਹਿਣਾ ਸੀ ਕਿ ਯਾਦ ਰੱਖੀ, ਪਰ ਅਸੀਂ ਦੂਸਰਾ ਵਰਡ ਵੀ ਯੂਜ਼ ਕਰਦੇ ਹਾਂ, ਬਟ ਉਹ ਬੋਲ ਚਾਲ ਦੀ ਭਾਸ਼ਾ ਵਿੱਚ ਹੈ। ਜਿਹੜੀ ਸਾਡੀ ਸੋਲ ਹੈ ਉਹ ਉਨਮਨ ਹੈ, ਜਿਹਦੀ ਅਸੀਂ ਗੱਲ ਕੀਤੀ। ਗੁਰੂ ਸਾਹਿਬ ਨੇ ਵੀ ਕਬੀਰ ਸਾਹਿਬ ਨੇ ਜਿੱਥੇ ਦੱਸਿਆ, ਉਹ 3 ਲੋਕ ਕੀ ਬਾतें ਕਰੇ, ਇਹ ਉਨਮਨ ਹੈ। ਇਹ ਸੋਲ ਜਿਹੜੀ ਹੈ ਮੇਰੀ, ਇਹ 3 ਲੋਕਾਂ ਤੱਕ ਪਹੁੰਚਣ ਦੀ ਸ਼ਕਤੀ ਰੱਖਦੀ ਹੈ। ਅਗਰ ਇਹ ਜਾਗਦੀ ਜਾਏ ਔਰ ਮੇਰਾ ਮਨ ਜਿਹੜਾ ਉਹ ਟਿਕਾਓ 'ਚ ਆ ਜਾਏ, ਤੇ ਇਹ ਉਨਮਨ ਜਿਹੜਾ ਇਹ ਬਹੁਤ ਅੱਗੇ ਸਾਨੂੰ ਲੈ ਕੇ ਜਾ ਸਕਦਾ। ਜਿਹੜਾ ਇੰਪ੍ਰੈਸ਼ਨਸ ਔਰ ਆਟੋ ਪਾਇਲਟ ਹੈ, ਉਹਨੂੰ ਅਸੀਂ ਮਤ ਕਹਿੰਦੇ ਹਾਂ, ਵਿਜ਼ਡਮ। ਔਰ ਜੋ ਸਾਡਾ ਮਨ ਹੈ ਉਹ ਹੈ ਸਾਡੀਆਂ ਐਕਟਿਵ ਨੀਡਸ ਐਂਡ ਡਿਜ਼ਾਇਰਸ। ਜਿਤਨੀਆਂ ਮੇਰੀਆਂ ਡਿਜ਼ਾਇਰਸ ਨੇ ਉਹਨੂੰ ਅਸੀਂ ਮਨ ਕਹਿੰਦੇ ਹਾਂ। ਮੇਰਾ ਮਨ ਕਰ ਰਿਹਾ ਇਹ ਖਾ ਲਾਂ, ਮੇਰਾ ਮਨ ਕਰ ਰਿਹਾ ਉਹਨੂੰ ਮਿਲਾਂ, ਮੇਰਾ ਮਨ ਇਹ ਕਰ ਰਿਹਾ, ਮੇਰਾ ਮਨ ਉਹ ਕਰ ਰਿਹਾ। ਇਸ ਤਰ੍ਹਾਂ ਅਸੀਂ ਆਮ ਹੀ ਯੂਜ਼ ਕਰਦੇ ਹਾਂ ਵਰਡ ਮਨ। ਮਨ ਦਾ ਮਤਲਬ ਇਟਸ ਅ ਡਿਜ਼ਾਇਰ। ਔਰ ਇਹ ਡਿਜ਼ਾਇਰ ਜਿਹੜਾ ਨੇ, ਇਹਨਾਂ ਨੇ ਬਹੁਤ ਰੋਲਾ ਪਾ ਕੇ ਰੱਖਿਆ ਹੋਇਆ। ਇਹ ਡਿਜ਼ਾਇਰ ਕੰਟਰੋਲ ਜਿਹੜਾ ਹੈ, ਇਹਨਾਂ ਦਾ ਬਹੁਤ ਵੱਡਾ ਸਾਡੀ ਜ਼ਿੰਦਗੀ ਦੇ ਵਿਚਕਾਰ ਅਸੀਂ ਠੀਕ ਰਾਹ ਤੇ ਪੈ ਰਹੇ ਹਾਂ ਜਾਂ ਨਹੀਂ ਪੈ ਰਹੇ, ਡਿਜ਼ਾਇਰਸ ਸਾਡੀਆਂ ਕੰਟਰੋਲ ਵਿੱਚ ਹਨ ਕਿ ਨਹੀਂ ਹਨ। ਮਨ ਜੀਤਾ ਜਗ ਜੀਤ। ਇਸ ਮਨ ਨੂੰ ਜਿਹਨੇ ਜਿੱਤ ਲਿਆ, ਇਸ ਮਨ ਨੂੰ ਜਿਹਨੇ ਕੰਟਰੋਲ ਕਰ ਲਿਆ, ਉਹ ਦੁਨੀਆ ਦਾ ਰਾਜਾ ਹੈ। ਉਹਨੇ ਦੁਨੀਆ ਨੂੰ ਹੀ ਜਿੱਤ ਲਿਆ। ਸੋ ਇਹ ਮਨ ਦਾ ਬੜਾ ਵੱਡਾ ਰੋਲ ਹੈ, ਜਿਹਨੂੰ ਕਿ ਅਸੀਂ ਇਹ ਜਿਹੜੇ ਤੂੰ ਹਰ ਸਾਡੀ ਵਿਚਾਰ ਜਿਹੜਾ ਉੱਥੋਂ ਪਾਸ ਹੋ ਕੇ ਜਾ ਰਿਹਾ ਕੌਨਸ਼ੀਅਸ ਮਾਈਂਡ ਵੱਲ, ਇੱਕ ਫਿਲਟਰ ਦੀ ਤਰ੍ਹਾਂ ਹਰ ਚੀਜ਼ ਮੈਨੂੰ ਮੇਰੇ ਮਨ ਦੇ ਹਿਸਾਬ ਨਾਲ ਚਾਹੀਦੀ ਹੈ। ਅਸੀਂ ਇੰਨੇ ਅੜੀਅਲ, ਇੰਨੇ ਪੱਕੇ ਹੁੰਦੇ ਹਾਂ ਕਿ ਮਨ ਨੂੰ ਨਾ ਪਸੰਦ ਆਏ ਤੇ ਸਾਹਮਣੇ ਦੀ ਚੰਗੀ ਗੱਲ ਵੀ ਅਸੀਂ ਪਸੰਦ ਨਹੀਂ ਕਰਦੇ, ਕਿਉਂਕਿ ਸਾਨੂੰ ਬੰਦਾ ਪਸੰਦ ਨਹੀਂ। ਉਤਨਾ ਹੀ ਬਹੁਤ ਹੁੰਦਾ। ਮਨ ਸਾਨੂੰ ਕਿੱਥੇ ਵੀ ਘੁਮਾ ਫਿਰਾ ਸਕਦਾ, ਚੰਗੀ ਗੱਲ ਨੂੰ ਵੀ ਰਿਜੈਕਟ ਕਰ ਸਕਦਾ, ਕਿਉਂਕਿ ਜਿੰਨੇ ਕਹੀ ਉਹ ਬੰਦਾ ਚੰਗਾ ਨਹੀਂ। ਸੋ ਮਨ ਦਾ ਇੱਕ ਬੜਾ ਡਿਫਰੈਂਟ ਜਿਹਾ ਰੋਲ ਹੈ। ਔਰ ਮਨ ਉੱਤੇ ਬਾਣੀ ਦੇ ਵਿੱਚ ਅਨੇਕਾਂ ਸ਼ਬਦ ਹਨ ਮਨ ਨੂੰ ਕੰਟਰੋਲ ਕਰਨ ਲਈ ਵੀ, ਔਰ ਮਤ ਨੂੰ ਵੀ। ਮਨ ਔਰ ਮਤ ਤੇ ਸਾਨੂੰ ਬਹੁਤ ਜ਼ਿਆਦਾ ਸ਼ਬਦ ਮਿਲਣਗੇ, ਉਸ ਤੋਂ ਬਾਅਦ ਸਾਨੂੰ ਸ਼ਬਦ ਮਿਲਣਗੇ ਬਲਕਿ ਧਿਆਨ ਤੇ। ਪਰ ਉਹ ਨਾਮ ਦੀ ਜਦੋਂ ਗੱਲ ਕਰਾਂਗੇ, ਸਾਰੇ ਨਾਮ ਦੇ ਸ਼ਬਦ ਧਿਆਨ ਦੇ ਹੀ ਸ਼ਬਦ ਹਨ। ਉਹ ਬੇਅੰਤ, ਉਹ ਵੀ ਬਹੁਤ ਸਾਰੇ ਕਮਾਲ ਦੇ ਸ਼ਬਦ ਹਨ। ਤੇ ਹੁਣ ਜਿਹੜੀ ਚੀਜ਼ ਹੈ ਇੰਟੈਲੈਕਟ ਹੈ, ਇਹਨੂੰ ਅਸੀਂ ਕਹਿੰਦੇ ਹਾਂ ਬੁੱਧ। ਸੋ ਕਈ ਵਾਰ ਮਤ ਜਿਹੜੀ ਹੈ ਉਹ ਬੁੱਧ ਨੂੰ ਵੀ ਇਨਕਲੂਡ ਕਰ ਲੈਂਦੀ ਹੈ। ਮਤਲਬ ਅਸੀਂ ਕਹਿ ਰਹੇ ਹਾਂ ਮਤ ਜਿਹੜੀ ਹੈ ਵਿਜ਼ਡਮ, ਉਹ ਇੰਪ੍ਰੈਸ਼ਨਸ ਐਂਡ ਆਟੋ ਪਾਇਲਟ ਹੈ। ਕਦੀ ਕਦੀ ਅਸੀਂ ਬਾਣੀ ਦੇ ਵਿੱਚ ਜੋ ਮਤ ਆਇਆ ਉਹ ਤਿੰਨਾਂ ਨੂੰ ਮਿਲਾ ਕੇ ਵੀ ਆਇਆ, ਔਰ ਕਈ ਵਾਰ ਬੁੱਧ ਵਰਡ ਵੀ ਤਿੰਨਾਂ ਨੂੰ ਮਿਲਾ ਕੇ ਆਇਆ। ਬਟ ਅਗਰ ਅਸੀਂ ਸੈਪਰੇਟਲੀ ਦੇਖਣਾ ਚਾਹੀਏ ਤੇ ਜੋ ਮਤ ਹੈ ਇੰਪ੍ਰੈਸ਼ਨਸ ਹੈ ਔਰ ਆਟੋ ਪਾਇਲਟ ਹੈ। ਜੋ ਬੁੱਧ ਹੈ ਉਹ ਇੰਟੈਲੈਕਟ ਹੈ, ਜਿਹੜੀ ਅਸੀਂ ਬਾਹਰੋਂ ਗਿਆਨ ਇਕੱਠਾ ਕੀਤਾ, ਇੰਟੈਲੀਜੈਂਸ ਇਕੱਠੀ ਕੀਤੀ ਹੈ ਡਿਸਕਸ਼ਨਸ ਦੇ ਥਰੂ, ਸਮਝਣ ਦੇ ਥਰੂ। ਇਹ ਉਹ ਇੰਟੈਲੀਜੈਂਸ ਨਹੀਂ ਹੈ ਜਿਹੜੀ ਅਸੀਂ ਸੁਪਰ ਕੌਨਸ਼ੀਅਸ ਮਾਈਂਡ ਤੋਂ ਲੈ ਕੇ ਆਏ ਹਾਂ। ਸੁਪਰ ਕੌਨਸ਼ੀਅਸ ਮਾਈਂਡ, ਟੂ ਬੀ ਵੈਰੀ ਓਨੈਸਟ, ਇੰਟੈਲੀਜੈਂਸ ਤੇ ਬਹੁਤ ਜ਼ੋਰ ਵੀ ਨਹੀਂ ਦਿੰਦਾ। ਉਹ ਇਹ ਦੇਖ ਰਿਹਾ ਸੁਪਰ ਕੌਨਸ਼ੀਅਸ ਮਾਈਂਡ ਕਿ ਜੇ ਇਨਸਾਨ ਦੀ ਇੰਟੈਲੀਜੈਂਸ ਹੈ, ਅਕਸਰ ਇਨਸਾਨ ਨੂੰ ਹੰਕਾਰੀ ਬਣਾਉਂਦੀ ਹੈ, ਅਕਸਰ ਇਨਸਾਨ ਨੂੰ ਅੜੀਅਲ ਬਣਾ ਦਿੰਦੀ ਹੈ। ਅਕਸਰ ਸਾਡੀ ਜਿਹੜੀ ਬੁੱਧ ਹੈ ਸਾਨੂੰ ਬਹੁਤ ਜ਼ਿਆਦਾ ਕੀ ਕਹਿਣਾ ਚਾਹੀਦਾ ਕਿ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੀ ਕਿ ਮੈਂ ਕਿਸ ਤਰ੍ਹਾਂ ਹਾਰ ਜਾਵਾਂ, ਮੈਂ ਕਿਸ ਤਰ੍ਹਾਂ ਡਾਊਨ ਹੋ ਜਾਵਾਂ। ਤੇ ਜਿਹੜੀ ਬੁੱਧ ਹੈ ਇਨਸਾਨ ਦਾ ਇੱਕ ਤਰ੍ਹਾਂ ਦਾ ਬਹੁਤ ਵੱਡਾ ਨੈਗੇਟਿਵ ਫੈਕਟਰ ਬਣ ਕੇ ਹੀ ਚੱਲ ਰਹੀ ਹੁੰਦੀ ਹੈ ਨਾਲ। ਇਹ ਬਹੁਤ ਇੰਪੋਰਟੈਂਟ ਵੀ ਹੈ, ਇਹਨੂੰ ਹੋਣਾ ਵੀ ਹੈ। ਪਰ ਇਸੀ ਨੂੰ ਹੀ ਕੰਟਰੋਲ ਕਰਨਾ, ਜਿਹੜਾ ਬੁੱਧ ਨੂੰ ਕੰਟਰੋਲ ਕਰਨ ਦਾ ਜਿਹੜਾ ਤਰੀਕਾ ਹੈ ਕਿ ਬੁੱਧ ਜਿਹੜੀ ਹੈ ਉੱਥੇ ਮਿਨੀਮਮ ਹੀ ਯੂਜ਼ ਕਰੋ, ਵੈਲਿਊਜ਼ ਨੂੰ ਯੂਜ਼ ਕਰੋ, ਵਰਚੂਜ਼ ਨੂੰ ਯੂਜ਼ ਕਰੋ। ਬੁੱਧ ਦੀ ਜਿੱਥੇ ਮਿਨੀਮਮ ਲੋੜ ਹੈ ਇਸਤੇਮਾਲ ਕਰੋ। ਹਰ ਚੀਜ਼ ਵਿੱਚ ਮੈਨੂੰ ਰੀਜ਼ਨਿੰਗ ਚਾਹੀਦੀ ਹੈ, ਹਰ ਚੀਜ਼ ਵਿੱਚ ਮੈਂ ਕੈਲਕੂਲੇਟ ਕਰਨ ਬੈਠ ਜਾਂਦਾ, ਹਰ ਚੀਜ਼ ਵਿੱਚ ਮੈਂ ਆਪਣੇ ਜੋ ਗਿਆਨ ਪਾਇਆ ਉਹਨੂੰ ਵਾੜਨ ਦੀ ਕੋਸ਼ਿਸ਼ ਕਰਦਾ, ਔਰ ਚੰਗੇ ਖਾਸੇ ਸਾਫ਼ ਸੁਥਰੇ ਸਿੰਪਲ ਰਸਤੇ ਨੂੰ ਮੈਂ ਖਰਾਬ ਕਰ ਸਕਦਾ। ਇਹ ਸੁਣਨ 'ਚ ਅਜੀਬ ਲੱਗ ਰਿਹਾ ਹੋਣਾ ਕਿ ਬੁੱਧ ਦਾ ਇਸਤੇਮਾਲ ਸਿਲੈਕਟਿਵਲੀ ਕਰਨਾ ਹੈ, ਜ਼ਰੂਰ ਕਰਨਾ ਹੈ, ਸੋਹਣੇ ਤਰੀਕੇ ਨਾਲ ਕਰਨਾ ਹੈ। ਔਰ ਉਹ ਘੜਿਆ ਹੋਇਆ ਜਿਹੜਾ ਬੁੱਧ ਹੈ, ਕਿੱਥੇ ਘੜੀਏ ਸੁਰਤ ਮਤ ਮਨ ਬੁੱਧ, ਉਹ ਬਿਨਾਂ ਘੜੀ ਬੁੱਧ ਇਸਤੇਮਾਲ ਕੀਤੀ ਹੋਈ ਇਨਸਾਨ ਨੂੰ ਬੜਾ ਅਹੰਕਾਰੀ ਔਰ ਬੜਾ ਖਤਰਨਾਕ ਰੂਪ ਲੈ ਕੇ ਸਾਹਮਣੇ ਆਉਂਦੀ ਹੈ। ਔਰ ਦੋ ਦੁਨੀਆ 'ਚ ਅਸੀਂ ਪ੍ਰੋਬਲਮਸ ਵੱਡੀਆਂ ਵੱਡੀਆਂ ਦੇਖ ਰਹੇ ਹਾਂ, ਔਰ ਮਨ ਔਰ ਬੁੱਧ ਦੀ ਵਜ੍ਹਾ ਨਾਲ ਹੀ। ਉਹਨਾਂ ਨੇ ਹੀ ਜਿਹੜਾ ਸਾਡਾ ਮਤ ਹੈ ਉਹਨੂੰ ਖਰਾਬ ਕਰਕੇ ਰੱਖਿਆ। ਉਹਦੇ ਅੰਦਰ ਸਾਰੀਆਂ ਚੀਜ਼ਾਂ ਜੋ ਰੋਜ਼ ਭਰਦੇ ਜਾ ਰਹੇ ਹਾਂ, ਡੇਲੀ ਭਰਦੇ ਜਾ ਰਹੇ ਹਾਂ, ਉਹ ਬਿਕੋਜ਼ ਆਫ ਇੰਟੈਲੈਕਟ ਐਂਡ ਮਨ ਹੈ। ਔਰ ਅਸੀਂ ਰੋਜ਼ ਆਪਣੇ ਮਤ ਨੂੰ ਸਪੋਇਲ ਕਰ ਰਹੇ ਹਾਂ। ਇਹਨਾਂ ਨੂੰ ਅਸੀਂ ਚੁੱਪ ਕਰਾ ਦਈਏ ਤੇ ਮਤ ਆਪਣੇ ਆਪ ਬੜੀ ਸ਼ਾਂਤ ਹੋ ਕੇ ਸਾਫ਼ ਸੁਥਰੀ ਜੀ ਬਾਹਰ ਆਉਂਦੀ ਹੈ। ਹੁਣ ਇੱਕ ਵਰਡ ਹੋਰ ਆਉਂਦਾ ਸੀ, ਉਹਦੀ ਵੀ ਗੱਲ ਕਰ ਲਈਏ, ਦਿਲ ਦੀ। ਬੰਦੇ ਕਹਿੰਦੇ ਮੇਰਾ ਦਿਲ ਕਰਦਾ ਹੈ, ਮੇਰਾ ਦਿਲ ਨਹੀਂ ਮੰਨਦਾ। ਅਸੀਂ ਇਹ ਵੀ ਬੋਲਦੇ ਹਾਂ ਵਰਡ।
ਜਦੋਂ ਅਸੀਂ ਮਨ ਦੀ ਜੋ ਡਿਜ਼ਾਇਰਸ ਹੈ ਉਹਦੇ ਨਾਲ ਇਮੋਸ਼ਨਸ ਵੀ ਜੋੜ ਦਿੰਦੇ ਹਾਂ, state of desires or desireless, man and unman, associated with emotions is also known as heart. मैं ਜਦੋਂ ਦਿਲ ਤੋਂ ਕਹਿ ਰਿਹਾ ਇਹਦਾ ਮਤਲਬ ਮੈਂ ਇਮੋਸ਼ਨਲੀ ਇਨਵੋਲਵਡ ਹਾਂ, ਇਸ ਵੇਲੇ ਮੇਰੇ ਉਸ ਪਾਸੇ ਇਮੋਸ਼ਨਸ ਵੀ ਜਾਗ ਰਹੇ ਹਨ, ਮੇਰਾ ਦਿਲ ਕਰ ਰਿਹਾ ਮੈਂ ਕਰਾਂ, ਮੇਰਾ ਦਿਲ ਨਹੀਂ ਮੰਨਦਾ, ਮਤਲਬ ਉਹ ਮੇਰੀ ਇੱਕ ਡਿਜ਼ਾਇਰ ਮੈਨੂੰ ਰੋਕ ਰਹੀ ਹੈ, ਨਹੀਂ ਮੰਨਦਾ। ਸੋ ਬੇਸਿਕਲੀ ਉਹ ਜੋ ਦਿਲ ਅਸੀਂ ਵਰਡ ਕਰਦੇ ਹਾਂ ਉਹ ਵੀ ਅਸੀਂ ਮਨ ਲਈ ਇਸਤੇਮਾਲ ਕਰਦੇ ਹਾਂ। ਵੈਸੇ ਹਾਰਟ ਦਾ ਕੋਈ ਰੋਲ ਨਹੀਂ ਹੁੰਦਾ ਐਕਸੈਪਟ ਕਿ ਜੋ ਹਾਰਟ ਹੈ ਉਹਦੀ ਹਾਰਟ ਬੀਟ ਤੇ ਇਮੋਸ਼ਨਸ ਦਾ ਇੰਪੈਕਟ ਹੁੰਦਾ। ਇਹ ਚੀਜ਼ ਨੂੰ ਅਸੀਂ ਸਮਝ ਲਈਏ, ਸਾਡੇ ਇਮੋਸ਼ਨਸ ਦਾ ਸਾਡੀਆਂ ਹਾਰਟ ਬੀਟ ਹਾਰਟ ਰੇਟ ਤੇ ਇੰਪੈਕਟ ਹੈ। ਇਸੇ ਕਰਕੇ ਜਦ ਵੀ ਇਮੋਸ਼ਨਸ ਇਨਵੋਲਵਡ ਹੁੰਦੇ ਨੇ ਅਸੀਂ ਉਹਨੂੰ ਦਿਲ ਵੀ ਕਹਿ ਦਈਦਾ, ਬੰਦਾ ਦਿਲ ਦਾ ਚੰਗਾ ਹੈ, ਮਤਲਬ ਕਿ ਉਹਦੇ ਇਮੋਸ਼ਨਸ ਬੜੇ ਪਿਓਰ ਹੈ। ਇਹ ਅਕਸਰ ਅਸੀਂ ਇਸਤੇਮਾਲ ਕਰਦੇ ਹਾਂ ਔਰ ਸਾਨੂੰ ਇਹਦੀ ਕਲੈਰਿਟੀ ਚਾਹੀਦੀ ਕਿ ਅਸੀਂ ਮਨ ਕਹਿਣਾ ਦਿਲ ਕਹਿਣਾ, ਕਹਿਣਾ ਕੀ ਹੈ, ਉਹਦਾ ਦਿਲ ਕਰ ਰਿਹਾ ਜਾਂ ਮਨ ਕਰ ਰਿਹਾ। ਐਕਚੁਅਲ ਅਗਰ ਅਸੀਂ ਇਮੋਸ਼ਨਸ ਨਹੀਂ ਸਾਹਮਣੇ ਆ ਰਹੇ ਔਰ ਉਹਦਾ ਲਾਈਕਸ ਐਂਡ ਡਿਸਲਾਈਕਸ ਤੋਂ ਮਨ ਕਰ ਰਿਹਾ ਤੇ ਇਹ ਵੀ ਇੱਕ ਇੰਪੋਰਟੈਂਟ ਹੈ। ਮੈਨੂੰ ਇਹ ਲੱਗਦਾ ਹਾਲਾਂਕਿ ਅਸੀਂ ਕਹਿ ਰਹੇ ਹਾਂ ਐਂਡ ਵਿੱਚ ਕੁਐਸਚਨ ਲਵਾਂਗੇ, ਪਰ ਤੁਸੀਂ ਰੇਜ਼ ਕਰ ਸਕਦੇ ਹੋ ਜਾਂ ਚਰਨਜੀਤ ਵੀਰ ਜੀ ਮੈਨੂੰ ਦੱਸ ਦੇਣ ਕਿ ਇੱਥੇ ਰੁਕਣਾ ਜ਼ਰੂਰੀ ਹੈ ਕਿ ਕੋਈ ਕੁਐਸਚਨਸ, ਬਿਕੋਜ਼ ਇਹ ਮਾਡਲ ਜਿਹੜਾ ਨਾ ਮਤਲਬ ਹੁਣ ਜੇ ਅਸੀਂ ਬਾਣੀ ਪੜ੍ਹੀਏ ਤੇ ਸਾਨੂੰ ਇਹ ਵੀ ਕਲੀਅਰ ਹੋਇਆ ਸੀ ਕਿਸ ਜਗ੍ਹਾ ਦੀ ਗੱਲ ਕਰ ਰਹੇ ਹਾਂ, ਕਿੱਥੇ ਦੀ ਗੱਲ ਕਰ ਰਹੇ ਹਾਂ, ਕੀ ਸਾਡੀ ਪ੍ਰੋਬਲਮਸ ਹੈ, ਕੀ ਹੋ ਰਿਹਾ, ਕੀ ਸਾਡੇ ਨਾਲ ਚੱਲ ਰਿਹਾ। ਇਹ ਅੱਜ ਦੀ ਮਾਡਰਨ ਸਾਇੰਸ ਨੂੰ ਕਿਉਂ ਨਾ ਨਾਲ ਲੈ ਕੇ ਚੱਲੀਏ। ਤੇ ਅਗਰ ਤੁਸੀਂ ਸਮਝਦੇ ਹੋ ਕਿ ਇੱਥੇ ਕੁਐਸਚਨਸ ਹੈ ਨੇ ਤੇ ਵੀ ਕੈਨ ਸਟਾਪ ਫॉर ਅ ਵਾਈਲ ਐਂਡ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਚਲੇ ਜਾਵਾਂਗੇ। ਵੈਸੇ ਤੇ 40 ਮਿੰਟ ਹੋ ਗਏ हैं ਅਸੀਂ, ਵੈਸੇ ਵੀ ਆਈ ਥਿੰਕ इसी मॉडल से सवाल पूछ सकते हैं जी। हाँ जी हाँ जी, कह रहे हो कि उन्मन सोल है, हाँ जी डिजायरलेस कह रहे हो, ਅਸੀਂ ਕਹਿੰਦੇ ਆ ਕਿ ਸੋਲ ਜਿਹੜੀ ਹੈ ਉਹ ਪਰਮਾਤਮਾ ਦਾ ਰੂਪ ਹੈ। हाँ जी, ਸੋਲ ਨੇ ਪਰਮਾਤਮਾ ਨਾਲ ਮਿਲਣਾ ਹੈ। ਬਿਲਕੁਲ। ਅਸੀਂ ਕਹਿੰਦੇ ਆ ਕਿ ਜਦੋਂ ਡਿਜ਼ਾਇਰਲੈਸ ਹੁੰਦੇ ਆ, ਅਗਰ ਮਾਈਂਡ ਖਾਲੀ ਖਾਲੀ ਕਰ ਲੋ ਧਿਆਨ ਨਾਲ, ਅਗਰ ਉਹਦੇ ਨਾਮ ਨਾ ਹੋਏ ਤੇ ਨਾਮ ਨਾਲ ਨਹੀਂ ਮਿਲ ਸਕਦੇ ਕਹਿੰਦੇ ਨੇ, ਪਰ ਖਾਲੀ ਮਾइंड करो तो केवल कॉस्मोस ਨਾਲ मिल सकती हो या पावर्स आ जाती हैं, ऐसा जनरली किया जाता है। हाँ जी, मेरा ये है कि सोल और माइंड हैं तो सारे एब्स्ट्रैक्ट ही, मतलब जिससे फिजिकल तो है नहीं, तो माइंड और सोल ਜਿਹੜੇ ਨੇ ਇਹਨਾਂ ਵਿੱਚ सोल फ्री हो जाएगी ਜਦੋਂ ਵਿਚਾਰ ਖਤਮ ਹੋਣਗੇ ਤੇ ਫਿਰ ਰੱਬ ਨਾਲ ਮਿਲੇਗੀ ਕਿ ਕੀ ਹੋਏਗਾ। ਜੀ ਇਸ ਤਰ੍ਹਾਂ ਕਿ ਸੋਲ ਨੂੰ ਅਸੀਂ ਉਨਮਨ ਇਸ ਕਰਕੇ ਕਹਿ ਰਹੇ ਹਾਂ ਕਿ ਇਸ ਟਾਈਮ ਸੈਲਫਲੈਸਨੈਸ ਵਾਲੀ ਅਵਸਥਾ ਵੱਲ ਜਾ ਰਿਹਾ। ਮੇਰੀ ਕੋਈ ਡਿਜ਼ਾਇਰ ਹੈ ਨਹੀਂ, ਮੇਰੇ ਲਈ ਕੋਈ ਮੇਰੀ ਡਿਜ਼ਾਇਰ ਹੈ ਨਹੀਂ। ਸੋ ਇਸ ਕਰਕੇ ਜਿਹੜਾ ਸੋਲ ਵਰਡ ਹੈ ਨਾ, ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਉਹਦਾ ਇੱਕ ਆਤਮਾ ਦਾ ਇੱਕ ਸਰੂਪ ਉਨਮਨ ਹੋਣਾ ਵੀ ਹੈ ਕਿ आत्मा ते जेड़ी है परमात्मा नाल असी ਹਾਂਜੀ ਉसी ਨੇ ਉਨਮਨ ਮਤਲਬ ਡਿਜ਼ਾਇਰਲੈਸ आत्मा परमात्मा दा अंश है, ये लेके असी चलदे हां। आत्मा कहंदे ने कदे भी कोई ओदे च खराबी नहीं आंदी, मन च ही आंदी है। आत्मा ऑलवेज निर्लेप रहंदी है और प्योर रहंदी है। नाउ आत्मा हैज गॉट नथिंग टू डू विद मन, वो विचकार तुसी भी रखी है ते आत्मा ते फ्री है। मन जेड़ा है आत्मा नू कूड़ दी दीवार जिन कहते ना तोड़ नहीं देता, क्योंकि मन जिहड़ा है वो सुपर कॉन्शियस दा जा नहीं रहा और आत्मा किंज फसी हुई है मैं थोड़ा समझना चाह रहा है। क्योंकि हर वेले असीं कहने आ कि भाई मन और आत्मा जिहड़े ना दे आर कनैक्टेड, और मन जिहड़ा है वो आत्मा नूं फ्री नहीं कर रहा, ਉਹਦੇ बिगाड़ कूड़ दी दीवार है। आत्मा तां ही फ्री होएगी जे मन शांत हो जाएगा, से थॉटलेस हो जाएगा। ते उन्मन ते मन ने होना है ना, सोल ने तो नहीं होना। नहीं उन्मन मन ने ਅਸੀਂ ਇਹ ਕਹਿ ਸਕਦੇ मन उन्मन हो जाएगा ते सोल फ्री हो जाएगी। ਮਨ ਦਾ ਉਨਮਨ ਹੋਣਾ ਹੀ ਉਹ ਇੱਕ ਤਰ੍ਹਾਂ ਦੀ ਸੋਲ ਵੀ ਕਹਿ ਸਕਦੇ। ਮਤਲਬ ਅਗਰ ਅਸੀਂ ਨੂੰ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਉਨਮਨ ਉਹ ਅਵਸਥਾ ਜਿੱਥੇ ਹੁਣ ਮੇਰੇ ਮਨ ਦੀ ਕੋਈ ਵੈਲਿਊ ਨਹੀਂ ਹੈ, ਤੇ ਉਹੀ ਆਤਮਾ ਦਾ ਵੀ ਕਨਸੈਪਟ ਹੈ ਕਿ ਆਤਮਾ ਨੂੰ ਕੋਈ ਆਪਣੀ ਡਿਜ਼ਾਇਰ ਨਹੀਂ ਹੁੰਦੀ, ਉਹ ਫ੍ਰੀ ਹੈ ਬਿਲਕੁਲ। ਔਰ ਉਹ निर्मल है ना, वो तो शुद्ध है, वो तो आत्मा परमात्मा दी ਜੋ ਮਨ ਤੋਂ ਪਰੇ ਹੈ। ਜਿਵੇਂ ਕਬੀਰਦਾਸ ਜੀ ਦਾ, ਹਾਂਜੀ ਜੋ ਕਬੀਰਦਾਸ ਜੀ ਦਾ ਜਿਵੇਂ ਅਸੀਂ ਰੈਫਰੈਂਸ ਦੇ ਤੌਰ ਤੇ ਲਿਆ ਸੀ ਕਿ
ये मन ले लवो मेरे कोलों, इदी मैनू लोड़ नहीं, उनमन रहे तां 3 लोग की बातें कहे। मेरा उनमन जिहड़ा वो की रह गया, अखीर जी प्योर सोल ही बची है। ते असी ये विचार करते हुए कि मन उनमन होए ते सोल फ्री हो जाएगी। सोल वैसे तो फ्री है पर जागी नहीं। ये कह सकते हैं कि सोल नू असी एक तरह नाल दबा के रखा होया। सप्रेस्ड सोल है, सोल अजे भी फ्री है, सोल एक तरह नाल बट सप्रेस्ड पई है। सप्रेस्ड में साडे मन ने उस ते दबाव, हाँ जी हावी होया, मन उस ते हावी होया है ते मन शांत हो गया ते सोल फ्री हो गई। हाँ जी, ਅਸੀਂ ਕੌਸਮੋਸ ਨਾਲ ਜੁੜਾਂਗੇ ਤਾਂ ਜੇ ਸਾਡੀ ਸੋਲ ਫ੍ਰੀ ਹੋਏ। ਉਨਮਨ ਮਨ ਨਾਲ ਲਾਣਾ ਚਾਹੀਦਾ। ਨਹੀਂ, ਉਹ ਵਰਡ ਦੇ ਨਾਲ ਮਨ ਜੁੜਿਆ ਹੋਇਆ ਹੈ। ਉਨਮਨ ਦੇ ਵਿੱਚ ਇੰਝ ਲੱਗਦਾ ਜਿਵੇਂ ਮਨ ਦਾ ਪਾਰਟ ਹੈ, ਪਰ ਉਹ ਇੱਕ ਅਵਸਥਾ ਹੀ ਹੈ। ਇਹ ਮਨ ਜਾਂਦਿਆਂ ਹੀ ਉਹ ਸੋਲ ਜਿਹੜੀ ਹੈ ਉਹ ਉਨਮਨ ਜਿਹੜੀ ਸਾਹਮਣੇ ਆ ਜਾਂਦੀ। ਉਨਮਨ ਜਿਹੜਾ ਉਹ ਸੋਲ ਹੀ है, वही अवस्था है। बाकी शायद मनदीप बहन जी भी हैं और मंजीत वीर जी भी हैं, पर जो मैनू समझ आया जो उनमन दी मैं पढ़न दी कोशिश की। मेरा ख्याल ਇਹਦੇ ਚ ਮੈਂ ਸ਼ੇਅਰ ਕਰਾਂ ਕੁਝ ਇੱਕ ਮਿੰਟ। ਹਾਂਜੀ ਹਾਂਜੀ। ਇਹ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਅਟੈਚਮੈਂਟ ਐਂਡ ਡਿਟੈਚਮੈਂਟ ਦਾ ਵੀ ਰੋਲ ਆ ਜਾਂਦਾ ਹੈਗਾ ਕਿ ਜਦ ਤੱਕ ਤੁਸੀਂ ਕੌਨਸ਼ੀਅਸ ਮਾਈਂਡ ਨਾਲ ਤੁਸੀਂ ਆਪਣੇ ਆਪ ਨੂੰ ਡਿਟੈਚ ਨਹੀਂ ਕਰਦੇ, ਡਿਪੈਂਡੈਂਟ ਔਨ ਯੋਰ ਡਿਜ਼ਾਇਰਸ, ਤੁਹਾਡੇ ਅੰਦਰ ਡੀਕਲਟਰਿੰਗ ਨਹੀਂ ਹੁੰਦੀ ਤੇ ਤੁਹਾਡੇ ਸੋਲ ਜੋ ਹੈ ਸੁਪਰ ਕੌਨਸ਼ੀਅਸ ਮਾਈਂਡ ਨੂੰ ਐਬਜ਼ੌਰਬ ਕਰਨ ਵਾਸਤੇ ਵੀ ਉਹਦੇ ਥਾਟਸ ਨੂੰ ਲੈਣ ਵਾਸਤੇ ਤਿਆਰ ਨਹੀਂ ਹੁੰਦੀ। ਤੋ somehow ਉਸ ਸਟੇਟਸ ਨੂੰ ਡਿਸਕਸ ਕਰਨ ਲਈ ਕੋਸ਼ਿਸ਼ ਕਰ ਰਹੇ ਹੈ ਕਿ ਬਈ ਤੁਸੀਂ ਆਪਣੇ ਕੌਨਸ਼ੀਅਸ ਮਾਈਂਡ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਫਰੋਮ ਆਰ ਡਿਜ਼ਾਇਰਸ। बिल्कुल ठीक है। दो तीन अलग अलग तरीके नाल गल कही जा सकती है। अल्टीमेटली मैं जो नाम पढ़ रहा तां भी मेरे मन च ते चलदा ही रहिंदा है। पता नहीं किस दिन नाम जिहड़ा मेरी सोल नू जगा के मन नू पिछे कर देगा। ਅਸੀਂ ਜਿਹੜਾ ਕਹਿੰਦੇ ਆ ਕਿ ਅਸੀਂ ਸ਼ਬਦ ਪੜ੍ਹਦੇ ਪੜ੍ਹਦੇ ਗੁਰੂ ਸਾਹਿਬ ਨੇ ਕਿਹਾ ਸਾਨੂੰ ਸ਼ਬਦਾਂ ਦੇ ਵਿੱਚੋਂ ਹੀ ਨਾਮ ਦਾ ਵੀ ਪ੍ਰਗਟਾਵਾ ਹੋਏਗਾ। ਤੁਸੀਂ ਜਦੋਂ ਸ਼ਬਦ ਪੜੋਗੇ ਐਨਲਾਈਟਨਮੈਂਟ ਦੀ ਅਵਸਥਾ ਆ ਸਕਦੀਆਂ ਨੇ ਔਰ ਇੱਕਦਮ ਨਹੀਂ ਆਣਗੀਆਂ ਕਿਉਂਕਿ ਮਨ ਅਜੇ ਬਹੁਤ ਹਾਵੀ ਹੈ। ਮਨ ਦੇ ਉੱਤੇ ਅਜੇ ਬਹੁਤ ਜ਼ਿਆਦਾ ਵਜਨ ਪਿਆ ਹੋਇਆ, ਉਹ ਨਹੀਂ ਹਟਣਾ ਚਾਹ ਰਿਹਾ। ਪਰ ਕਦੀ ਨਾ ਕਦੀ ਜਿਵੇਂ ਵੱਡਾ ਪੱਥਰ ਅਸੀਂ ਹਟਾਉਣ 'ਚ ਥੋੜਾ ਹਿਲਾਉਣ ਸਕਸੈਸਫੁਲ ਹੁੰਦੇ ਹਾਂ। ਤੇ ਜਦੋਂ ਸਾਡੀ ਥੋੜੀ ਵੀ ਐਨਲਾਈਟਨਮੈਂਟ ਹੈ, ਜਦੋਂ ਅਸੀਂ ਸ਼ਬਦ ਦਾ ਵਿਚਾਰ ਕਰ ਰਹੇ ਹਾਂ, ਸ਼ਬਦ 'ਚ ਡੁੱਬ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਕਰਦੇ ਕਰਦੇ ਅਸੀਂ ਕਿਤੇ ਬਾਹਰ ਨਿਕਲਿਆ ਔਰ ਇਦਾਂ ਲੱਗਿਆ ਥੋੜਾ ਜਿਹਾ ਪੱਥਰ ਹਿੱਲ ਗਿਆ ਤੇ ਉਹ ਅਸੀਂ ਸੁਪਰ ਕੌਨਸ਼ੀਅਸ ਮਾਈਂਡ ਵੱਲ ਚੱਲ ਪਏ। ਉਹ ਤੇ ਫਿਰ ਆਖਣ ਔਖਾ ਸੱਚਾ ਨਾਮ ਹੈ ਹੀ ਹੈ। ਉਸ ਵੇਲੇ ਸਾਡੀ ਸੋਲ ਵੀ ਜਾਗਰਤ ਹੋਈ ਕਿਉਂਕਿ ਉਹ ਕੁਝ ਸੈਕਿੰਡਸ ਲਈ ਮੈਂ ਉਨਮਨ ਸੀ, ਉਹ ਸੌਰੀ ਮੇਰੇ ਮਨ ਤੋਂ ਉਨਮਨ ਹੋ ਗਿਆ ਸੀ ਤੇ ਮਨ ਨੂੰ ਮੈਂ ਪਰੇ ਕਰ ਪਾਇਆ ਥੋੜੀ ਦੇਰ ਲਈ ਤੇ ਉਹ ਸਾਡੀ ਕੌਨਸ਼ੀਅਸ ਜਿਹੜੀ ਅਵੇਕਨਿੰਗ ਹੋ ਗਈ ਔਰ ਉਹਦੇ ਨਾਲ ਨਾਮ ਦੇ ਨਾਲ ਅਸੀਂ ਜੁੜ ਪਾਏ ਔਰ ਫਿਰ ਸਾਡੇ ਕੁਝ ਜੋ ਪ੍ਰਿੰਸੀਪਲ ਜਾਂ ਵੈਲਿਊ ਮਿਲੀ ਵੀ ਅੱਜ ਦੇ ਤੇ ਅਸੀਂ ਵਾਹ ਕਿਹਾ ਸੀ ਉਹ ਸਾਡਾ ਜੀਵਨ ਦਾ ਹਿੱਸਾ ਬਣ ਜਾਣਾ ਚਾਹੀਦਾ। ਇਹ ਮੈਂ ਇੱਕ ਥੋੜਾ ਜਿਹਾ ਮਨ ਕਲੀਅਰ ਕਰਨਾ ਚਾਹ ਰਿਹਾ ਹਾਂ। देयर आर टू फिलॉसफीज। एक कहते हैं खाली मन शांत कर लो, मन ਨੂੰ ਖਾਲੀ ਕਰ ਲੋ, ਧਿਆਨ ਲਾ ਕੇ ਔਰ ਮਨ ਵਿੱਚ ਕੁਝ ਨਹੀਂ ਹੋਏਗਾ, ਤੁਹਾਨੂੰ ਆਨੰਦ ਮਿਲੇਗਾ ਔਰ ਤੁਸੀਂ ਆਪਣੇ ਆਨੰਦ ਵਿੱਚ ਰਹੋਗੇ। ਸਾਡਾ ਮਿਸ਼ਨ ਹੈ ਭਗਵਾਨ ਨਾਲ ਮਿਲਣਾ। You know, our is ਨਾਮ ਨੂੰ ਸੁਰਤ ਵਿੱਚ ਲਗਾਣਾ ਔਰ ਸ਼ਬਦ ਦੇ ਗਿਆਨ ਨਾਲ ਉਹਨੂੰ ਅੱਗੇ ਚਲਾਣਾ। ਸੁਰਤ ਨੂੰ ਸ਼ਾਰਪ ਕਰਦੇ ਜਾਣਾ ਕਿ ਧਿਆਨ ਜਿਹੜਾ ਹੈ ਉਹ ਨਾਮ ਵਿੱਚ ਰਹਿ ਜਾਏ ਨਾ। ਉਹ ਕਰਨ ਲਈ ਥੋੜਾ ਜਿਹਾ ਮਾਡਲ ਵਿੱਚ ਮਤਲਬ ਕਿਉਂਕਿ ਦਿਸ ਇਜ਼ ਵੈਰੀ ਕੰਪਲੈਕਸ, ਮਾਡਲ ਹੋ ਨਹੀਂ ਸਕਦਾ ਤੇ ਥੋੜੇ ਵਿਚਾਰ ਤੁਸੀਂ ਦੇ ਸਕਦੇ ਹੋ। ਮੈਂ ਇੱਕ ਗੱਲ ਸ਼ੇਅਰ ਕਰਾਂ ਇਹਦੇ ਵਿੱਚ ਨਾ ਐਕਚੁਅਲੀ ਫਿਲਾਸਫੀ ਵੀ ਨਹੀਂ ਹੈ। ਪਰਮਾਤਮਾ ਨੂੰ ਪਾਉਣ ਦਾ ਰਸਤਾ ਸਿਰਫ ਸਹਿਜ ਵਿੱਚ ਹੈਗਾ। ਜਿੰਨੇ ਅਸੀਂ ਸਹਿਜ ਹੋਵਾਂਗੇ ਉਹਨਾਂ ਇਹ ਆਪਣੇ ਆਪ ਪ੍ਰਾਪਤੀ ਹੈ ਔਰ ਸਹਿਜ ਵਿੱਚ ਪ੍ਰਾਪਤੀ ਲਈ ਸਭ ਤੋਂ ਪਹਿਲੇ ਡੀਕਲਟਰ ਕਰਨਾ ਜਿਹੜਾ ਤੁਸੀਂ ਫਸਟ ਸਟੈਪ ਡਿਸਕਸ ਕੀਤਾ ਹੈ ਕਿ ਜਦ ਤੱਕ ਅਸੀਂ ਡੀਕਲਟਰ ਨਹੀਂ ਕਰਦੇ ਕੋਈ ਵੀ ਵੈਸਲ ਦੇ ਵਿੱਚ ਅਸੀਂ ਨਵੀਂ ਚੀਜ਼ ਪੋਰ ਕਰਨੀ ਹੈ ਤੇ ਪਹਿਲੇ ਉਹਨੂੰ ਸਫਾਈ ਕਰਨੀ ਜ਼ਰੂਰੀ ਹੈ। ਉਸ ਵੈਸਲ 'ਚ ਕੋਈ ਨਵੀਂ ਚੀਜ਼ ਆਏਗੀ ਤਾਂ ਜੋ ਤੁਹਾਡਾ ਪਹਿਲੇ ਭਾਂਡਾ ਸਾਫ਼ ਹੋਏਗਾ ਐਂਡ ਦੈਟ ਇਜ਼ ਵਾਟ ਇਜ਼ ਸੋਲ ਅਬਾਊਟ। ਇਫ ਯੋਰ ਸੋਲ ਯੂ ਮੇਕ ਐਨ ਐਫਰਟ ਵੀ ਤੁਹਾਡਾ ਕੌਨਸ਼ੀਅਸਲੀ ਐਫਰਟ ਹੋਏਗਾ ਕਿ ਮੈਂ ਆਪਣੇ ਆਪ ਨੂੰ ਮਨ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਤਾਂ ਹੀ ਮੈਂ ਆਪਣੇ ਆਪ ਨੂੰ ਜਿੱਤ ਸਕਣਾ। ਜਿਵੇਂ ਮਨ ਜੀਤੇ ਜਗ ਜੀਤ ਹੈ, ਪਹਿਲਾ ਸਟੈਪ ਹੀ ਹੈ ਮਨ ਜੀਤੇ ਜਗਜੀਤ। ਆਪੇ ਜਿਸ ਟਾਈਮ ਤੁਹਾਡਾ ਭਾਂਡਾ ਖਾਲੀ ਹੋਏਗਾ ਤੇ ਆਪੇ ਪਰਮਾਤਮਾ ਦੀ ਕਿਰਪਾ ਤੁਹਾਡਾ ਧਿਆਨ ਜੁੜੇਗਾ, ਤੁਹਾਨੂੰ ਆਪਣੇ ਆਪ ਹੀ ਗੁਰਬਾਣੀ ਦੇ ਸ਼ਬਦ ਵਿੱਚ ਤੁਹਾਨੂੰ ਹੁਕਮ ਸਮਝ ਆਏਗਾ
ਔਰ ਤੁਹਾਡੀ ਜੀਵਨ ਆਸਾਨ ਹੋ ਜਾਏਗਾ। ਇਹਦੇ ਵਿੱਚ ਪ੍ਰਮਾਤਮਾ ਦਾ ਰਾਜ ਸਿਰਫ ਸਹਿਜ ਵਿੱਚ ਹੈ। ਕੋਈ ਫਿਲਾਸਫੀ, ਅਸੀਂ ਫਿਲਾਸਫੀ ਸਮਝਣ ਵਿੱਚ ਸਹਿਜਤਾ ਤੋਂ ਇਲਾਵਾ, ਮਤਲਬ ਉਹੀ ਬੁੱਧ ਹੈ ਨਾ, ਬੁੱਧ ਨੂੰ ਅਸੀਂ ਕੰਟਰੋਲ 'ਚ ਰੱਖਣਾ ਹੈ, ਉਹਨਾਂ ਸਿਲੈਕਟਿਵ ਯੂਜ਼ ਕਰਨਾ, ਜਿੱਦਾਂ ਹੁਣੇ ਉਹਨਾਂ ਨੇ ਸ਼ੇਅਰ ਕੀਤਾ ਹੈ। ਇਹ ਬਿਲਕੁਲ ਇੰਨੀ ਅੱਛੀ ਤਰ੍ਹਾਂ ਸਮਝਾਇਆ ਗਿਆ ਹੈ ਕਿ ਬੁੱਧ ਨੂੰ ਅਸੀਂ ਕਿਸੇ ਵੀ ਚੀਜ਼ ਨੂੰ ਸਹਿਜ ਵਿੱਚ ਪ੍ਰਾਪਤੀ ਹੈ। ਅਸੀਂ ਜਿਸ ਟਾਈਮ ਅਸੀਂ ਸਮਝਣ ਲੱਗ ਪੈਂਦੇ ਨਾ ਕਿ ਹਾਂ ਮੈਨੂੰ ਪਤਾ ਹੈ, ਉਹ ਮੈਨੂੰ ਹੀ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ। ਤੇ ਮੈਨੂੰ ਨਹੀਂ ਪਤਾ, ਜੇ ਪ੍ਰਮਾਤਮਾ ਦੀ ਕਿਰਪਾ ਹੀ ਤਾਂ ਹੋਣੀ ਜੇ ਅਸੀਂ ਆਪਣੇ ਭਾਂਡੇ ਨੂੰ ਪਹਿਲੇ ਤਿਆਰ ਕਰਨਾ ਹੈ। ਮਤਲਬ ਮੇਰਾ ਇਹ ਵਿਚਾਰ ਹੈਗਾ ਜੀ। नहीं भैन जी ने बहुत सोहना समझाया। और इसी करके जो बहुत जोर है यही है कि तुसी शब्द नाल जुड़ते जाओ ते नाम दा प्रगटावा होएगा। वही सहज अवस्था है जिहदे तुहानू जुड़ जाओगे और पता नहीं लगेगा कि मन कदों थोड़ा साइड ते खिसक गया। और वैसे मन नू साइड ते खिसकाण दा होर कोई तरीका नहीं कि मैं सोची जां हुण मैं डिजायर्स नहीं रखांगा। तरीका ते शब्द दे थ्रू ही सानू जाना पेगा नाम वाल। थैंक यू। और कोई क्वेश्चन है जी? एक दो स्लाइड्स होर लैके फिर मैं समाप्ति करांगा, क्योंकि अजे भी असी वैल्यूज़ तक तो नहीं पहुंचे कि टाइम थोड़ा ज़्यादा मैनू लग भी रहा सी अज लगेगा। तो इनू अगर असी सिंपलीफाइड वे देखना चाहिए तो की है कि साडा माइंड एंड बॉडी ने जिहड़े दोनों जिहड़े सानू आम समझ आते हैं, इहदे विचकार असी हुण अगर सोल नू इनवॉल्व कर रहे हैं तो इनर जर्नी शुरू होंदी है। जिवें असी शब्द विचार है, शब्द कीर्तन करना, उहदे विचकार जुड़ना, कीर्तन की गहराई जाना और तां तक जाना जब तक कि नाम का प्रगटावा भी सानू दे विचों मिले। और स्पैशली जिहड़े बेनती दे शब्द हैं, जिहड़े मतलब हर तरह के बाणी जीवन जीण की जाच दे भी बड़े शब्द हैं, उन्हां च भी बड़ी रोशनी मिलती है, एनलाइटनमेंट मिलती है। पर बेनती दे शब्द हैं जिन्हां नूं असीं ईजली सोल नूं जगा सकते हैं। और जदों ये हुंदा तो फिर साडी एक्टिवेशन ऑफ वैल्यू सिस्टम या सुपर कॉन्शियस माइंड है, वो कोई ना कोई सानू हीरा मोती दे के ही जाएगा। वैल्यू मतलब वो इत्थे कोई लिमिट नहीं है। असी हालांकि इत्थे 30-40 वैल्यूज़ की गल करांगे, पर वैल्यूज़ बेअंत ने, इतने हीरे ने कि उन्हां दा कोई एंड नहीं पाया जा सकता। और उत्थों दी वापस माइंड नूं आएगा कि हुण एक्शन की लेना, और ये माइंड दोबारा हुण बॉडी की तरफ देखेगा कि भी एक्शन लवो जो भी लेना चाहिए। और फिर जिहड़े एक्शन ले वो सबकॉन्शियस माइंड दे विचकार फिर चले जाएंगे। दैट मीनस सानू आहिस्ता आहिस्ता सबकॉन्शियस माइंड की क्लीनिंग भी नाल चल रही है। सिर्फ असी उत्ते जुड़े ही नहीं, आहिस्ता आहिस्ता साडा माइंड जिहड़ा उहदे विचकार असी जिहड़े डिफरेंट पॉकेट्स विच देखिया कि कुछ रखिया वो इंप्रूव होना चाहिए। एंड फाइनली दोबारा जिहड़ा सबकॉन्शियस माइंड फिर माइंड नूं ठीक चला सके। सो दो साइकिल चलते रहते हैं। एक जीवन दे विचकार थल्ले है और उपरों दी असी सेहत लैके आनी है वैल्यूज़ दी, और थल्ले उन्नू एक्टिवेट करना है वर्चू सिस्टम नाल। सो ये एक एफर्टलैस एफर्ट बन चुका होए। एक ऐसा समा है कि उहदे सानू कोई एफर्ट नहीं करना पैंदा। सो ये माइंड बॉडी सोल की गेम है। जो असी पहले बड़े वड्डे उहदे देखिया सी, सेम चीज़ है कि सबकॉन्शियस माइंड तो हुण हीरे मोती आ रहे हैं माइंड वाल। जदों भी आते हैं एक वैल्यूज़ आती हैं, क्योंकि असी उपरों उन्होंने लैके आ पाए, उन्होंने उस स्टेज तक जा पाए जिथे सानू क्लीयरली ट्रुथ नज़र आया, जिहड़ा भी पार्ट ऑफ ट्रुथ सी वो सानू नज़र आ पाया। सो ये एक तरह की जिहदे कि वैल्यू सिस्टम जिहड़ा सबकॉन्शियस माइंड च आके बैठ जाना चाहिए, जिहदे बारे असीं हुण गल करांगे इसते अगे। और इहदा फर्क की पैंदा है कि जो साडा डिसऑर्डर सी दैट एग्जिस्ट, जिवें कि आइनस्टाइन ने भी कहा सी कि आई एम सरप्राइज्ड एट द ऑर्डर ऑफ द यूनीवर्स एंड द डिसऑर्डर ऑफ ह्यूमन माइंड, कि यूनीवर्स दे विच इन्ना सोहना ऑर्डर है। एक इंसान का ही दिमाग, ईवन जानवरों के दिमाग विच भी ऑर्डर है। एक इंसान का दिमाग है जिहदे सिर्फ तो सिर्फ डिसऑर्डर ही भरिया, जिन्होंने असीं सो कॉल्ड कि असीं ओवर यूज ऑफ इंटैलीजेंस या मन नूं मिला के जदों असीं चल रहे होंदे हां ते असीं अपने दिमाग का कचरा कर लैंदे हां। ते उहदा इफैक्ट की हुंदा है? वो इफैक्ट हुंदा सबकॉन्शियस इग्नाइट होनी शुरू होंदी है। ते फिर गुरु साहब कहंदे मत विच रतन जवाहर माणक, ते असीं उस स्टेज विच उस स्टेज विच चले जांदे हां। जे एक गुर की सिख सुनी, किते एक भी हीरा आएगा, एक दे दो होणगे, दो दे चार, करदे करदे दिमाग च मत विच रतन जवाहर माणक जिहड़े ने बाहर आ जाणगे, जिहड़े दबाए हुए सी। कोई साडी कॉन्शियस ने या आत्मा ने, जिन्हों असीं कहे सोल, वो जदों साफ सोल ने उठाने शुरू किते कॉसमोस तो, साडे उत्थे आके हीरे जवाहरात दी तरह उत्थे इकट्ठे हो जाते हैं। सो इस तो बाद जो साडा वैल्यू सिस्टम वर्चू सिस्टम है, उहदा रोल इन्ना जिवें साडियां जड़ां हुंदियां, जिवें एक पेड़ दीयां जड़ां हुंदियां, उस तरह वैल्यू सिस्टम हुंदा है।
ਤੇ ਜਿਹੜਾ ਪੇੜ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਉਹ ਨਾ ਤੂਫਾਨਾਂ ਨੂੰ ਵੀ ਇਨਵੀਟੇਸ਼ਨ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਔਰ ਜੇ ਪੇੜ ਦੀਆਂ ਜੜ੍ਹਾਂ ਕਮਜ਼ੋਰ ਹੋਣ ਨਾ ਤੇ ਹਲਕੀ ਜੀ ਹਵਾ ਤੋਂ ਵੀ ਪੇੜ ਦੇ ਪੱਤੇ ਕੰਬਣੇ ਸ਼ੁਰੂ ਹੋ ਜਾਂਦੇ ਨੇ। ਸੋ ਉਹੀ ਸਾਡੀ ਲਾਈਫ ਨਹੀਂ ਹੋਣੀ ਚਾਹੀਦੀ। ਸਾਨੂੰ ਅਸੀਂ ਦੇਖਿਆ ਕਿ ਜੋ ਗੁਰੂ ਸਾਹਿਬਾਨ ਨੇ ਜੀਵਨ ਜੀਆ, ਜੋ ਜੀਵਨ ਜਾਚ ਜੀ ਕੇ ਦਿਖਾਈਏ, ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ। ਕਿਤਨੇ ਕਿਤਨੇ ਤੂਫਾਨ ਝੇਲ ਗਏ ਉਹ, ਡਿੱਗ ਰਹੇ ਕਿਤੇ, ਉਹ ਉਹਨਾਂ ਦਾ ਵੈਲਿਊ ਸਿਸਟਮ ਇੰਨਾ ਸਟਰੋਂਗ ਸੀ। ਤੇ ਅੱਜ ਅਸੀਂ ਇੱਥੇ ਕਲੋਜ਼ ਕਰਦੇ ਹਾਂ। ਫਿਰ ਅਸੀਂ ਵੈਲਿਊਜ਼ ਨੂੰ ਅਜੇ ਵੀ ਨਹੀਂ ਲੈ ਪਾਏ। ਅਸੀਂ ਵੈਲਿਊਜ਼ ਦਾ ਬੇਸ ਕੀ ਹੈ, ਵੈਲਿਊਜ਼ ਨੇ ਕਿੱਥੇ ਜਾ ਕੇ ਰੁਕਣਾ ਹੈ, ਕਿੱਥੋਂ ਲੈਣੀਆਂ ਨੇ, ਕਿੱਥੇ ਸਾਡਾ ਜੀਵਨ 'ਚ ਚੇਂਜ ਆਉਣਾ ਸ਼ੁਰੂ ਹੋਏਗਾ, ਉਹ ਅਸੀਂ ਜ਼ਰੂਰ ਕਵਰ ਕਰ ਲਿਆ, ਬਹੁਤ ਇੰਪੋਰਟੈਂਟ ਸੀ। ਤੇ ਅਸੀਂ ਜੋ ਵੈਲਿਊਜ਼ ਦਾ ਸਟਰਕਚਰ ਬਣਾਇਆ ਸੀ ਉਹ ਫਿਰ ਸ਼ਾਇਦ ਹੁਣ ਨੈਕਸਟ ਪਾਰਟ ਵਿੱਚ ਕਰਾਂਗੇ। ਅਜੇ ਕੋਈ ਕੁਐਸਚਨ ਹੋਣਗੇ ਤੇ ਆਈ ਥਿੰਕ ਵੀ ਕੈਨ ਡਿਸਕਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵੈਰੀ ਵੈਲ ਡਿਪਿਕਟਡ ਸਾਰਾ ਕੁਝ, ਪਰ ਜਿਹੜਾ ਪਿਕਟੋਗ੍ਰਾਫਿਕ ਉਹ ਸੀਗਾ ਪਿੱਛੇ ਤੁਸੀਂ ਯੂਜ਼ ਕੀਤਾ ਸੀਗਾ, ਉਹਦੇ ਵਿੱਚ ਵੇਅਰ ਡਸ ਚਿੱਤ ਕਮ, ਕਿਉਂਕਿ ਇਹ ਵਰਡ ਵੀ ਬੜਾ ਯੂਜ਼ ਹੋਇਆ ਹੈ। ਜਿਵੇਂ ਇੱਕ ਆਂਦੀ ਹੈਗੀ ਹੈ ਚਿੱਤ ਬਾਰੇ ਜਗ੍ਹਾ ਜਗ੍ਹਾ ਗੁਰਬਾਣੀ ਵਿੱਚ ਹੈਗਾ, ਤੇ ਉਸ ਉੱਥੇ ਕਿਤੇ ਚਿੱਤ ਕਿੱਥੇ ਫਿੱਟ ਹੁੰਦਾ ਹੈ? ਮਨ ਔਰ ਚਿੱਤ ਸੇਮ ਹੀ ਹੈ, ਜਦ ਤੱਕ ਮੈਨੂੰ ਲੱਗਦਾ ਮਨ ਔਰ ਚਿੱਤ ਸੇਮ ਹੀ। ਠੀਕ। ਮੇਰਾ ਵੀ ਇੱਕ ਕੁਐਸਚਨ ਇਹਦੇ ਨਾਲ ਹੀ ਸੀ ਵੀਰ ਜੀ। ਹਾਂਜੀ। ਕਿ ਇੱਕ ਤੇ ਜਿਸ ਤਰ੍ਹਾਂ ਕਹਿੰਦੇ ਨੇ ਇੱਕ ਮਨ ਇੱਕ ਚਿੱਤ, ਇੱਕ ਮਨ ਇੱਕ ਚਿੱਤ, ਉੱਥੇ ਦੋ ਡਿਫਾਈਨ ਕਰ ਦਿੱਤੇ। ਮਨ ਔਰ ਚਿੱਤ ਨੂੰ ਜਿਸ ਤਰ੍ਹਾਂ ਕਹਿੰਦੇ ਨਾ, ਤੁਸੀਂ ਜਗ੍ਹਾ ਵੀ ਆਉਂਦਾ ਕਿ ਤੁਸੀਂ ਇੱਕ ਮਨ ਔਰ ਇੱਕ ਚਿੱਤ ਲਗਾ ਕੇ ਕਰੀਏ। ਹਾਂਜੀ। ਮਨ ਔਰ ਚਿੱਤ ਨੂੰ ਵੀਰ ਜੀ ਕਿ ਕਈ ਵਾਰ ਕੀ ਹੁੰਦਾ ਸੀ ਕਿ ਕਈ ਵਾਰ ਜੋ ਮਾਈਂਡ ਦਾ, ਹਾਂ ਮੈਂ ਪੁਆਇੰਟ ਸਮਝ ਗਿਆ, ਮਾਈਂਡ ਦੀ ਇਤਨੀ ਵਰਕਿੰਗ। ਅੱਗੇ ਮੈਂ ਥੋੜਾ ਜਿਹਾ ਤੇ ਇੱਕ ਮੇਰਾ ਐਸੀ ਕੁਐਰੀ ਸਮਝਣ ਵਾਸਤੇ, ਤੇ ਦੂਸਰੀ ਸੀ ਕਿ ਬੜਾ ਤਰੀਕੇ ਨਾਲ ਤੁਸੀਂ ਸਬਕੌਂਸ਼ੀਅਸ, ਕੌਂਸ਼ੀਅਸਨੈਸ ਐਂਡ ਸੁਪਰ ਕੌਂਸ਼ੀਅਸ। ਹੁਣ ਜਿਸਲੇ ਗੁਰੂ ਮਹਾਰਾਜ 9 ਦਰਵਾਜ਼ੇ ਔਰ 10ਵੇਂ द्वार ਦੀ ਗੱਲ ਕਰਦੇ हैं कई बारी, और काफी जगह 10वां द्वार जड़ा है वो की है, इज इट द सुपर कॉन्शियसनेस? ओके, where we say that it is like wisdom? और ਹਾਂਜੀ ਮੈਂ ਵੀਰ ਜੀ ਆ ਜਾਂਦਾ ਉਹਦੇ ਤੇ, ਜੋ ਮੈਨੂੰ ਸਮਝ ਆਇਆ ਮੈਂ ਉਹਦੇ ਹਿਸਾਬ ਨਾਲ ਹੀ ਦੱਸ ਪਾਵਾਂਗਾ। ਕਿ ਜਦੋਂ ਅਸੀਂ ਜੋ ਟਰਮੀਨੋਲੋਜੀਜ਼ ਯੂਜ਼ ਕਰਦੇ ਹਾਂ ਔਰ ਜੋ ਬਾਣੀ 'ਚ ਵੀ ਯੂਜ਼ ਹੁੰਦੀਆਂ, ਜੋ ਆਮ ਬੋਲਚਾਲ 'ਚ ਵੀ ਯੂਜ਼ ਕਰਦੇ ਹਾਂ, ਉਹ ਐਗਜ਼ੈਕਟਲੀ ਕਦੀ ਵੀ ਕਿਸੇ ਮਾਡਲ 'ਚ ਫਿੱਟ ਨਹੀਂ ਹੁੰਦੀਆਂ। ਉਹਦੇ ਨੇੜੇ ਤੇੜੇ ਦਾ ਸਾਨੂੰ ਮਿਲ ਜਾਂਦਾ ਹੈ। ਜਿਵੇਂ ਸਾਨੂੰ ਇਹ ਸਮਝ ਆ ਰਿਹਾ ਕਿ ਮਤ ਵਿਜ਼ਡਮ ਜਿਹੜੀ ਹੈ ਸਬਕੌਂਸ਼ੀਅਸ ਮਾਈਂਡ ਤੇ ਇੱਕ ਬ੍ਰੌਡਲੀ ਸਾਨੂੰ ਸਮਝ ਆ ਰਿਹਾ, ਪਰ ਕਦੀ ਕਦੀ ਕੋਈ ਸ਼ਬਦ ਐਸੇ ਨੇ, ਉਹਨੂੰ ਬਹੁਤ ਧਿਆਨ ਨਾਲ ਦੇਖੋ, ਨਾਲ ਬੁੱਧ ਵੀ ਜੁੜ ਜਾਂਦੀ ਹੈ। ਕਈ ਵਾਰ ਬੁੱਧ ਨਹੀਂ ਜੁੜਦੀ, ਮਤ ਸਿਰਫ ਇੰਪ੍ਰੈਸ਼ਨਸ ਨੂੰ ਔਰ ਆਟੋ ਪਾਇਲਟ ਨੂੰ ਹੀ ਲੈ ਕੇ ਚੱਲ ਰਿਹਾ ਹੁੰਦਾ। ਔਰ ਐਗਜ਼ੈਕਟਲੀ ਇਸ ਤਰ੍ਹਾਂ ਨਹੀਂ ਹੈ ਉਹਨਾਂ, ਕਿਉਂਕਿ ਮਾਈਂਡ ਦਾ ਵਰਕਿੰਗ ਇਸ ਤਰ੍ਹਾਂ ਕਿ ਇਹ ਚੀਜ਼ਾਂ ਸਭ ਆਪਣੇ ਤੇ ਓਵਰਲੈਪ ਕਰ ਰਹੀਆਂ ਹੁੰਦੀਆਂ। ਕਿਤੇ ਕੌਨਸ਼ੀਅਸ ਦੇ ਉੱਤੇ ਮਨ ਓਵਰਲੈਪ ਕਰ ਰਿਹਾ ਹੁੰਦਾ, ਇੱਕ ਨਵਾਂ ਵਰਡ ਆ ਸਕਦਾ, ਕਿਤੇ ਸੁਪਰ ਕੌਨਸ਼ੀਅਸ ਦਾ ਪਾਰਟ ਮਿਲਾ ਕੇ ਆਤਮਾ ਨਾਲ ਕੁਝ ਹੋਰ ਹੋ ਸਕਦਾ। ਸੋ ਅਸੀਂ ਅਗਰ ਉਸ ਬਹੁਤ ਗਹਿਰਾਈ ਜਾਵਾਂਗੇ ਔਰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਸ਼ਬਦ ਬਾਈ ਸ਼ਬਦ ਲੈ ਕੇ ਚੱਲਣਾ ਪਏਗਾ। ਪਰ ਇੱਕ ਬ੍ਰੌਡ ਅੰਡਰਸਟੈਂਡਿੰਗ ਸੀ ਕਿ ਜੋ ਵੈਲਿਊ ਸਿਸਟਮ ਅਸੀਂ ਕਿੱਥੋਂ ਲੈ ਕੇ ਆਉਣਾ। ਇੱਕ ਤੇ ਵੈਲਿਊ ਸਿਸਟਮ ਕਿਸੇ ਨੇ ਕਿਹਾ ਸੱਚ ਬੋਲੋ, ਅਸੀਂ ਸਮਝ ਗਏ, ਅਸੀਂ ਮੰਨ ਗਏ, ਕਰਦੇ ਵੀ ਹਾਂ, ਪਰ ਕਦੀ ਜ਼ਿੰਦਗੀ ਦੇ ਵਿੱਚ ਉਸ ਸੱਚ ਬੋਲਣ ਦੀ ਜੋ ਪੂਰੀ ਗਹਿਰਾਈ ਹੈ, ਉਹਦਾ ਇੱਕ ਫੀਲ ਜੋ ਹੈ ਉਹ ਇੱਕ ਬਿਲਕੁਲ ਅਲੱਗ ਤਰੀਕੇ ਨਾਲ ਸਾਹਮਣੇ ਆ ਸਕਦਾ। ਉਸ ਦਿਨ ਉਹ ਇੱਕ ਅਲੱਗ ਹੀ ਸਾਰਾ ਦਿਨ ਤੁਹਾਨੂੰ ਫੀਲ ਦੇਗਾ ਕਿ ਅੱਛਾ ਸੱਚ ਬੋਲਣ ਦੀ ਇਹ ਐਕਚੁਅਲ ਗਹਿਰਾਈ ਇਤਨੀ ਹੈ। ਤੇ ਇਸ ਕਰਕੇ ਸਾਨੂੰ ਉਤਨੀ ਹੀ ਗਹਿਰਾਈ ਤੋਂ ਇਹਨਾਂ ਨੂੰ ਜਦ ਸਾਰੀਆਂ ਵੈਲਿਊਜ਼ ਨੂੰ ਦੁਬਾਰਾ ਲੈ ਕੇ ਆਉਂਦੇ ਔਰ ਅੰਦਰ ਕਰਦੇ ਹਾਂ, ਫਿਰ ਅਸੀਂ ਦ੍ਰਿੜ ਹੋ ਜਾਂਦੇ ਹਾਂ। ਫਿਰ ਅਸੀਂ ਵੈਲਿਊ ਸਿਸਟਮ ਨੂੰ ਉਸੇ ਤਰ੍ਹਾਂ ਲੈਂਦੇ ਹਾਂ ਜਿਵੇਂ ਲਾਈਟ ਹਾਊਸ ਹੈ, ਜਿਹਦੇ ਨਾਲ ਅਸੀਂ ਟਕਰਾਉਣਾ ਨਹੀਂ ਹੈ। ਅਦਰਵਾਈਜ਼ ਅਸੀਂ ਵੈਲਿਊਜ਼ ਨਾਲ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਲੈਂਦੇ ਹਾਂ। ਅਸੀਂ ਕਹਿੰਦੇ ਚਲੋ ਇੱਕ ਪਾਰਟਿਕੂਲਰ ਹੀ ਹੈ ਨਾ, ਇਸ 'ਚ ਕੀ ਤਰ੍ਹਾਂ ਫਰਕ ਪੈ ਚੱਲਾ, ਚਲੋ ਕਰ ਲੈਂਦੇ ਹਾਂ, ਅੱਜ ਕਰ ਲੈਂਦੇ ਹਾਂ, ਅੱਗੂ ਨਹੀਂ ਕਰਾਂਗੇ। ਇਸ ਤਰ੍ਹਾਂ ਦੀ ਸਾਡੀ ਇੱਕ ਹੈਬਿਟ ਹੁੰਦੀ ਹੈ। ਪਰ ਜੇ ਸਾਡਾ ਵੈਲਿਊ ਸਿਸਟਮ ਬਹੁਤ ਸਟਰੋਂਗ ਹੋਏਗਾ, ਫਿਰ ਅਸੀਂ ਨੋਨ ਕੰਪਰੋਮਾਈਜ਼ਿੰਗ ਮੰਨਦੇ ਹਾਂ, ਕਿਉਂਕਿ ਸਾਡੇ ਨਾਲ ਉਹ ਇਟਸ ਅ ਡਾਇਰੈਕਟ ਕਲੈਸ਼
ਵਿਦ ਦਾ ਨਾਮ ਔਰ ਵਿਦ ਸੁਪਰ ਕੌਨਸ਼ੀਅਸਨੈਸ ਔਰ ਵਿਦ ਗॉड। तो इस करके ਅਸੀਂ ਉੱਤੇ ਵੈਲਿਊਜ਼ ਨਾਲ ਨਹੀਂ ਅਸੀਂ ਕਰਦੇ। ਅਗਰ ਅਸੀਂ ਇਹ ਵੀ ਦੇਖਾਂਗੇ ਕਿ ਵੈਲਿਊਜ਼ ਅਸੀਂ ਐਂਡ ਵਿੱਚ ਨੈਕਸਟ ਸੈਸ਼ਨ ਦੇ ਐਂਡ ਕੁਐਸਚਨ ਲਾਂਗੇ ਕਿ ਦੋ ਵੈਲਿਊਜ਼ ਵੀ ਆਪਸ ਚ ਕਲੈਸ਼ ਕਰ ਸਕਦੀਆਂ, ਫਿਰ ਕਿਹੜੀ ਲਵਾਂਗੇ। ਵੀ ਵਿਲ ਟੇਕ ਐਨ ਐਗਜ਼ਾਮਪਲ ਕਿ ਦੋ ਵੈਲਿਊਜ਼ ਇਕੱਠੀਆਂ ਸਾਹਮਣੇ ਆ ਗਈਆਂ। ਤਾਂ ਜਿਸ ਤਰ੍ਹਾਂ ਟਰਮੀਨੋਲੋਜੀ ਦੀ ਗੱਲ ਹੈ ਨਾ, ਇਹ ਟਰਮੀਨੋਲੋਜੀ ਜਿਹੜੀ ਹੈ ਸਾਨੂੰ ਇੱਕ ਭਾਵ ਦੇ ਕੇ ਜਾਏ ਕਿ ਮੇਰੇ ਚਿੱਤ ਵਿੱਚ ਜੋ ਹੈ, ਜੋ ਮੈਂ ਹਾਰਟ ਵਿੱਚ ਇਸ ਵੇਲੇ ਰੱਖਿਆ, ਚਿੱਤ ਇੱਥੇ ਆ ਗਿਆ ਵਰਡ ਹੋ ਸਕਦਾ ਹੈ, ਉੱਥੇ ਹਾਰਟ ਦੇ ਨਾਲ ਇਮੋਸ਼ਨਸ ਵੀ ਹੋਣ। ਮਨ ਐਂਡ ਹਾਰਟ ਦੋਨੋਂ ਹੀ ਇਸ ਵੇਲੇ ਮੇਰਾ ਪੂਰਾ ਜ਼ੋਰ ਲਾ ਰਹੇ, ਇੱਕ ਮਨ ਇੱਕ ਚਿੱਤ ਆਏ ਤੂੰ। ਕਿ ਚਿੱਤ ਵਰਡ ਜਿਹੜਾ ਮਨ ਦਾ ਇੱਕ ਇਵਨ ਦਿਲ ਵੀ, ਦਿਲ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਹੈ, ਤੇ ਚਿੱਤ ਕਿਤੇ ਕਿਤੇ ਦਿਲ ਲਈ ਵੀ ਯੂਜ਼ ਹੋਇਆ। ਦੈਟ ਮੀਨਸ ਮੇਰਾ ਬੜੀਆਂ ਸਟਰੋਂਗ ਇਮੋਸ਼ਨਸ ਦੇ ਨਾਲ ਆਵਾਂ। ਇਹ ਮੇਰਾ ਇੱਕ ਆਪਣਾ ਇੰਟਰਪ੍ਰੀਟੇਸ਼ਨ ਹੋ ਸਕਦਾ ਹੈ ਔਰ ਗਲਤ ਵੀ ਹੋ ਸਕਦਾ ਹੈ। ਇੱਕ ਮਨ ਇੱਕ ਚਿੱਤ ਆਏ ਤੂੰ ਦਾ ਮਤਲਬ ਹੈ ਕਿ ਮਨ ਤੇ ਸੀ, ਹੁਣ ਮੇਰਾ ਚਿੱਤ ਮਤਲਬ ਬੜੀਆਂ ਸਟਰੋਂਗ ਇਮੋਸ਼ਨਸ ਵੀ ਨਾਲ ਹੈ, ਦਿਲ ਵੀ ਕਰ ਰਿਹਾ। ਬਾਕੀ ਜਿਹੜੀ ਦਸਮ ਦੁਆਰ ਦੀ ਗੱਲ ਹੈ ਵੀਰ ਜੀ, ਦਸਮ ਦੁਆਰ ਦੀ ਕੋਈ ਐਕਚੁਅਲ ਐਗਜ਼ਿਸਟੈਂਸ ਨਹੀਂ ਹੈ। ਦਸਮ ਦੁਆਰ ਇੱਕ ਸਿੰਬੋਲਿਕ ਵਰਡ ਹੈ ਜਿਹਦਾ ਮਤਲਬ ਹੈ ਫੇਜ਼ ਆਫ ਐਨਲਾਈਟਨਮੈਂਟ, ਕਿ ਉਹ ਰੋਸ਼ਨੀ ਕਦੋਂ ਕਿੱਥੋਂ ਅੰਦਰ ਆ ਗਈ। ਉਹ ਦਸਮ ਦੁਆਰ ਉਹਦੇ ਲਈ ਵਰਡ ਯੂਜ਼ ਹੋਇਆ। ਉਹ ਦਸਮ ਦੁਆਰ ਕਈ ਵਾਰ ਖੁੱਲੇਗਾ, ਕਈ ਵਾਰ ਐਨਲਾਈਟਨਮੈਂਟ ਛੋਟੀਆਂ ਛੋਟੀਆਂ ਹੁਣ ਕੋਈ ਵੱਡੀ ਹੋਏ, ਸੋ ਹਰ ਵਾਰ ਇੱਕ ਦਸਮ ਦੁਆਰ ਹੀ ਹੈ ਉਹ, ਕਿ ਅਸੀਂ ਬਲੌਕ ਕੀਤਾ ਹੋਇਆ ਉਹਨੂੰ, ਅਸੀਂ ਆਪਣੇ ਅੰਦਰ ਉਸ ਰੋਸ਼ਨੀ ਨੂੰ ਨਹੀਂ ਆਣ ਦੇ ਰਹੇ, ਉਹ ਰੋਸ਼ਨੀ ਵੀ ਆ ਸਕਦੀ ਹੈ। तो अगेन भूल चुक दी खिमा। मैं एक फिर सवाल पूछना चाहता हूँ। ये दर्शन द्वार से मेरे दिमाग में जो आ रहा है, सुपर कॉन्शियस जो मन रहता ही नहीं, मतलब सुपर कॉन्शियस तक माइंड इज स्टिल देयर ना, मन दे फंक्शन है वो भी जब खत्म हो जाता है, सुरत एक मन एक सुरत बिल्कुल तुहाडा ध्यान जीरो फ्रीक्वेंसी ते चला जाता है, ते उस वेले जो परमात्मा में बिल्कुल शांत है, टोटल शांति, टोटल सहज, कुछ नहीं वैसे अनुभव होता है। ते वो जिहड़ी अवस्था मन की बनेगी जब मन है ही नहीं, एक कॉन्शियसनेस से सब खत्म हो गए, और जब मन है ही नहीं तो फिर रब है, तो फिर वो 10वां द्वार खुलता है और तुहानू वो प्रकाश जिहड़ा परमात्मा का प्रकाश है वो दरवाजे पहुंच जाते हैं। ऐसा मेरा अपना विचार है, क्योंकि ठीक है, बिल्कुल जीरो शांत। It can be interpreted in many different ways. Many different ways. You know what I was thinking once, everything is frequency. As an engineer, जैसे जैसे फ्रीक्वेंसी कट होती जाती है ते उसकी रेंज बढ़ती जाती है। अगर आप देखो बहुत शार्प है, हाई है, वो नैरो बैंड होएगा और ਉਹਦੀ ਫ੍ਰੀਕੁਐਂਸੀ ਘੱਟ ਹੋਏਗੀ। ਜਿੰਨ ਜਿੰਨ ਤੁਸੀਂ ਹੋਰ ਘਟਦੇ ਜਾ ਰਹੇ ਹੋ, ਮਨ ਦੀ ਜਿਹੜੀ ਫ੍ਰੀਕੁਐਂਸੀ ਹੈ ਉਹਨੂੰ ਸ਼ਾਂਤ ਕਰਦੇ ਜਾ ਰਹੇ ਹੋ, ਉਹ ਸਟੇਜ ਜਿੱਥੇ ਕਿ ਉਹ ਰੱਬ ਦੀ ਫ੍ਰੀਕੁਐਂਸੀ, ਰੱਬ ਦੀ ਵੇਵਜ਼ ਹੈ, ਉਹ ਵੀ ਸ਼ਕਤੀ ਹੈ, ਪਾਵਰ ਕਹਿੰਦੇ ਹਾਂ ਅਸੀਂ, ਪਰ ਸ਼ਕਤੀ ਹੈ। ਉਹ ਸ਼ਕਤੀ ਜਿਹੜੀ ਹੈ ਉਹ ਸ਼ਕਤੀ ਬਿਲਕੁਲ ਜ਼ੀਰੋ ਫ੍ਰੀਕੁਐਂਸੀ, ਮਤਲਬ ਐਸੀ ਫ੍ਰੀਕੁਐਂਸੀ ਜਿਹੜੀ ਕਿ ਅਸੀਂ 0 1 ਤੇ ਸਾਡੇ ਗਿਣਤੀਆਂ ਹੀ ਜਾਣ, वो फ्रीक्वेंसी जो मन इतना शांत हो जाए कि मैं ये 9 द्वारा वाली तो बाहर निकल के 10वीं पहुंच गया है। आई एम इन दैट स्टेज, मतलब दैट इज हाउ आई लुक एट इट। कि मन मैं एक गल कहना चाहांगा कि बीइंग विद साइंस बैकग्राउंड ये चीज़ें ना कई बार माइंड च आंदियां कि whether God is a wave, whether God is has some frequency, इस तरह दी मैनू भी बहुत बार लग्या, पर पता नहीं जो बाणी पढ़दे हैं ते उन्होंने कहा वो जो भी चीज़ है वो अनएक्सप्लेनेबल है, उन्होंने ना कोशिश करो। और क्या कि जे को आखा बोल बिगाड़े सी फिर उत्थे चुप कर जाते, सानू नहीं पता, मतलब सानू विड्रॉ करना पैंदा कि किते कोई होर ही पासा ना पकड़ ली और फिर तू बाहर ही ना आ पाई। मैं शेयर करा, जेड़ा परमात्मा है वो सारा मूल मंत्र है। मूल मंत्र विच उन्होंने पहले ही रेवलेशन है, एक ओंकार सतनाम, मतलब असि सच लभ रहे हैं, बट जेड़ा परमात्मा है वो सत है, वो सच तो भी ऊपर है। सत दा मतलब है एब्सोल्यूट ट्रुथ। एब्सोल्यूट ट्रुथ दा मतलब है उहदे च कंडीशंस फॉलो नहीं हो रहे। असी की करने आ, असी अपनी कंडीशन दे हिसाब नाल सच नूं बोलने आ, मतलब अपना पक्ष नूं देख के। परमात्मा एब्सोल्यूट ट्रुथ दी गल कर रहे हैं, जिथे कोई पक्ष नहीं आंदा पिया, वो किस नाल अटैच होके अपना आंसर नहीं दे रहा, वो एब्सोल्यूट स्टेज विच है। एक ओंकार सतनाम, करता पुरख, करन वाला वही है, ठीक है। और ओदी जिहड़ी ब्यूटी है करन वाले दी कि उन्हें सानू कर बनाया, असी क्रिएशन बना के क्रिएशन दे विच आके आप वस गया है।
लेकिन ਉਹਦੇ ਨਾਲ ਮੋਹ ਨਹੀਂ ਪਾਇਆ ਉਹਨੇ ਕ੍ਰੀਏਸ਼ਨ ਵੀ ਬਣਾ ਦਿੱਤੀ ਲੇਕਿਨ ਮੋਹ ਨਹੀਂ ਪਾਇਆ। ਅਸੀਂ ਕੁਝ ਵੀ ਬਣਾਉਂਦੇ ਆ ਤੇ ਸਾਡਾ ਮੋਹ ਹੋ ਗਿਆ ਉਸ ਦੇ ਨਾਲ, ਉਹਦੇ ਹਿਸਾਬ ਨਾਲ ਸਾਡੇ ਜਵਾਬ ਹੈਗੇ। ਜਿਸ ਟਾਈਮ परमात्मा ਦੇ ਜਵਾਬ ਹੈ, परमात्मा ਦੇ ਸਾਡੇ ਫੈਸਲੇ ਹੈ, ਉਹ ਸਾਰੇ फैसले है सत्य वाले। ਜਿਹੜੀ ਸਾਡੀ ਗੁਰਬਾਣੀ ਹੈ ਉਹ ਸੱਤ ਹੈ। ਸੱਤ ਮਤਲਬ ਐਬਸੋਲੂਟ ਟਰੂਥ, ਉਹ ਕੰਡੀਸ਼ਨ ਨਾਲ ਡਿਸਾਈਡ ਨਹੀਂ ਹੁੰਦੀ ਹੈ। ਸਤਨਾਮ ਸੱਚਾ ਨਾਮ ਹੈ ਉਹਦਾ, ਕਰਤਾ ਪੁਰਖ ਨਿਰਭਉ, ਬਿਨਾ ਉਹਨੂੰ ਡਰ ਹੈ ਕਿਉਂਕਿ ਕੋਈ ਕਮੀ ਨਹੀਂ ਤਾਂ ਡਰ ਕਿਸ ਗੱਲ ਦਾ ਹੋਣਾ ਹੈ। ਨਿਰਭਉ ਨਿਰਵੈਰ, ਉਹਨੂੰ ਕਿਸੇ ਨਾਲ ਵੈਰ ਨਹੀਂ, ਨਾ ਅਟੈਚਮੈਂਟ ਹੈ। ਜਿਸੇ ਅਸੀਂ ਫੈਸਲੇ ਕਰਨੇ ਆ ਸਾਰੇ ਮੋਹ ਔਰ ਇਹ ਇਮੋਸ਼ਨਸ ਦੇ ਨਾਲ, ਮਨ ਨਾਲ ਬੰਦੇ ਹੋਏ ਆ, ਉਹ ਮਨ ਨਾਲ ਬੰਦਿਆ ਹੀ ਨਹੀਂ ਹੋਇਆ। ਮਨ ਛੁੱਟੇਗਾ ਤਾਂ ਹੀ ਉਨਮਨ ਦੀ ਸਟੇਜ ਆਏਗੀ, ਤਾਂ ਹੀ ਧਿਆਨ ਅੰਦਰ ਆਏਗਾ, ਤਾਂ ਹੀ ਅਸੀਂ ਪ੍ਰਮਾਤਮਾ ਨਾਲ ਮਿਲ ਸਕਨੇ ਆ। ਹੁਕਮ ਵਾਲੀ ਸਟੇਜ ਨੂੰ ਸਮਝਾਂਗੇ ਕਿ ਅਸੀਂ ਪਾਣੇ ਨੂੰ ਤੇ ਹੁਕਮ ਨੂੰ ਸਮਝ ਕੇ ਆਪਣੀ ਲਾਈਫ ਨੂੰ ਜੀ ਸਕਾਂਗੇ, ਉਸ ਸਟੇਜ ਤੇ ਜਾਵਾਂਗੇ ਤਾਂ ਹੀ ਉਸ ਫ੍ਰੀਕੁਐਂਸੀ ਤੱਕ ਪਹੁੰਚਾਂਗੇ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਸੈਭੰ ਖੁਦ ਇਲੂਮੀਨੇਟਡ ਹੈ। ਇਸ ਲਈ ਉਹਦੀ ਅਵਸਥਾ ਤੇ ਅਸੀਂ ਸਮਝ ਹੀ ਨਹੀਂ ਸਕਦੇ, ਤੇ ਜਿਹੜਾ ਰੱਬ ਹੈ ਉਹ ਮੂਲ ਮੰਤਰ ਦੇ ਵਿੱਚ ਰਿਵੀਲਡ ਹੈਗਾ ਸਾਨੂੰ। ਔਰ ਸਾਡਾ ਐਜ਼ ਅ ਹਿਊਮਨ ਬੀਇੰਗ ਪਈ ਪ੍ਰਾਪਤ ਮਾਨੁਖ ਦੇਹੁਰੀਆ, ਉਹਨੇ ਇਹ ਜਿਹੜੀ ਸਾਨੂੰ ਦੇਹ ਦਿੱਤੀ ਹੈ, ਇਹੀ ਕੋਸ਼ਿਸ਼ ਕਰਨ ਵਾਸਤੇ ਦਿੱਤੀ ਹੈ ਕਿ ਅਸੀਂ ਆਪਣੀ ਸੋਲ ਨੂੰ ਸਟਰੈਂਥ ਪ੍ਰੋਵਾਈਡ ਕਰੀਏ, ਸੱਚ ਨਾਲ ਜੋੜ ਕੇ ਆਪਣੀ ਜ਼ਿੰਦਗੀ ਵਿੱਚ ਉਹਨੂੰ ਰੋਜ਼ ਤੇ ਇੱਕ ਹੁਕਮ ਨੂੰ ਵੀ ਦਿਨ ਚ ਕਮਾ ਕੇ ਜਿੱਤ ਕੇ ਆਪਣੇ ਆਪ, ਜਿਵੇਂ ਕਹਿੰਦਾ ਸਬਕੌਂਸ਼ੀਅਸ ਮਾਈਂਡ ਵਿੱਚ ਵਾਪਸ ਜਾਏਗਾ। ਜੋ ਅਸੀਂ ਮਾਈਂਡ ਨੂੰ ਧਿਆਨ ਨਾਲ ਜੋੜਨੇ ਆ, ਧਿਆਨ ਨਾਲ ਉਹ ਐਕਸ਼ਨ ਲੈਣੇ ਆ, ਉਹ ਐਕਸ਼ਨ ਸਾਡੇ ਰਜਿਸਟਰ ਹੁੰਦਾ ਹੈ ਤੇ ਉਹ ਸਾਡੀ ਧੀਰੇ ਧੀਰੇ ਹੈਬਿਟ ਵਿੱਚ ਜਾ ਕੇ ਆਪਣੀ ਸਬਕੌਂਸ਼ੀਅਸ ਨੂੰ ਵੀ ਇਨਲਾਈਟਨ ਕਰੇਗਾ। ਉਹ ਤਾਂ ਹੀ ਪੋਸੀਬਲ ਹੈਗਾ। ਔਰ ਸਾਡਾ ਜਿਹੜਾ ਟਾਰਗੇਟ ਹੈ ਪ੍ਰਮਾਤਮਾ ਨੂੰ ਮਿਲਣ ਦਾ ਟਾਰਗੇਟ ਹੈ, ਉਹ ਟਾਰਗੇਟ ਸਾਡਾ ਮੂਲ ਮੰਤਰ ਦੇ ਵਿੱਚ ਰਿਵੀਲਡ ਹੈ। ਮੈਂ ਕੁਝ ਕਹਾਂ ਜੀ? ਹਾਂਜੀ ਹਾਂਜੀ। ਇੰਜ ਅਸੀਂ ਕਹਿੰਦੇ ਆ परमात्मा एक सुप्रीम पावर है। हाँ जी। ਅਸੀਂ ਕਹਿ ਤੇ ਲੈਨੇ ਆ ਜੀ, but एनर्जी कैन नीदर बी डिस्ट्रॉयड नॉर क्रिएटेड। बिल्कुल बिल्कुल। ਅਸੀਂ परमात्मा भी कहने आ कि सेल्फ बनया होया है और उन्हें कोई कुछ कह नहीं सकता। सर्वव्यापक एक शक्ति हो सकती है, सर्वव्यापक कोई बंदा नहीं हो सकता। बंदा तो है ही नहीं जी। हाँ नहीं, मतलब सर्वव्यापक एक शक्ति हो सकती है। बिल्कुल जी। सर्वव्यापक आदि ओमकार is also a sound which is waves। साउंड तो और वेव्स तो ये सारा सृष्टि बनी है, ते is definitely an energy। विसे इवन मैंने सुनिया होना जो चौधरी डॉक्टर चौधरी हैं, वो भी उन्होंने शक्ति कह रहे हैं, पावर नहीं कह रहे, क्योंकि पावर इज डिफरेंट। शक्ति तो पावर बनती है और पावर शक्ति इज द बेस। ते सारियां शक्तियां जड़ियां ने उन्हें जो सुप्रीम शक्ति परमात्मा है। सर्वव्यापक होएगा तो शक्ति होएगी जड़ी वेव्स है। शक्ति तो वेव मतलब इंसान वेव है, सारा पार्टिकल जड़ी बॉडी बनी हुई है, छोटे तो छोटा चीज जड़ी है ਉਹਦੇ ਚ वेव्स हैं, ਉਹਦੇ ਤਿਰੰਗਾ हैं। मैं थोड़ा ਜਿਹਾ ਇੰਟਰਪਟ ਕਰਾਂਗਾ ਜੀ। ਜੋ ਅਸੀਂ ਪਰਮਾਤਮਾ ਨੂੰ એનર્ਜੀ ਔਰ ਵੇਵ ਕਹਿ ਰਹੇ ਹਾਂ, ਇਹ ਉਹਦੇ ਇੱਕ ਕਲੋਜ਼ ਵਰਡ ਹੋ ਸਕਦਾ ਹੈ। Because emotions and intelligence have different energy। ਜਿਹੜੀ ਇਸ ਧਰਤੀ मतलब वही एक ऐसी है जिसमें जान भी है। मेरा is living energy, whereas all other energies are dead energies। But how I am looking at, क्योंकि कोई समझा नहीं, it's a unique energy which is living, but सर्वव्यापक है तो शक्ति ना मतलब। हाँ जी, ਤੁਸੀਂ ਕੁਝ ਕਹਿ ਰਹੇ ਸੀ? ਮੈਂ ਨਹੀਂ, ਮੈਂ ਸਿਰਫ ਇੰਨਾ ਕਹਿ ਰਿਹਾ ਸੀ ਕਿ ਉਹ ਇੱਕ ਸਾਡਾ ਇੰਟਰਪ੍ਰੀਟੇਸ਼ਨ ਹੋ ਸਕਦਾ, ਕਿਉਂਕਿ એનર્ਜੀ ਦੇ ਵਿੱਚ ਨਾਲ ਅਸੀਂ ਵਰਡ ਇੰਟੈਲੀਜੈਂਸ ਔਰ ਇਮੋਸ਼ਨਸ ਨਹੀਂ ਜੋੜਦੇ ਹਾਂ, ਕਿਉਂਕਿ ਉਹ ਇਮੋਸ਼ਨਸ ਦਾ ਵੀ ਭੰਡਾਰ ਹੈ, ਉਹ ਇੰਟੈਲੀਜੈਂਸ ਦਾ ਵੀ ਭੰਡਾਰ ਹੈ, ਉਹ ਆਰਟ ਦਾ ਵੀ ਭੰਡਾਰ ਹੈ। એનર્ਜੀ ਨੂੰ ਅਸੀਂ ਪਿਓਰਲੀ ਕੰਮ ਦੇ ਵਾਸਤੇ ਯੂਜ਼ ਕਰਦੇ ਹਾਂ। ਇਹ ਨਹੀਂ ਕਹਿ ਰਿਹਾ ਜਿਹੜੀ ਨਹੀਂ ਕਰ ਰਿਹਾ, ਜਿਹੜੀ ਸਾਡੀ ਬੁੱਧੀ ਦੀ એનર્ਜੀ ਹੈ, ਮੈਂ ਉਸ એનર્ਜੀ ਦੀ ਨਹੀਂ ਗੱਲ ਕਰ ਰਿਹਾ। ਇਹ ਵਾਲੀ ਤੇ એનર્ਜੀ ਉਹਦੀ ਕ੍ਰੀਏਟਡ ਹੋਈ ਹੈ, ਜਿਹੜੀਆਂ ਇੱਥੇ એનર્ਜੀਆਂ ਹੈ। मैं उस एनर्जी के भाई वो एनर्जी जेड़ी है सानू नहीं पता वो कैसी है, पर है वो सर्वव्यापक है, वो हमेशा तो फंडामेंटल जेड़ी एनर्जी है, जेड़ी वो चेतन है, वो लाइफ है, वो ही रब है जेड़ा सर्वव्यापक सारे ही जाएगा और जिन्हें सारा कुछ इतनी पावरफुल है। वो शक्ति तो है ना, नहीं, कोई डिनाई नहीं कर रहे, वो शक्ति नहीं है।
ਅਸੀਂ ਕਹਿ ਰਹੇ ਸੀ ਰੱਬ ਦਾ ਸਰੂਪ ਡਿਫਾਈਨ ਕਰਨ ਦੀ ਕਈ ਵਾਰ ਕੋਸ਼ਿਸ਼ ਕਰਦੇ ਆ ਪਰ ਨਾ ਕਰੀਏ ਤੇ ਬੈਟਰ ਹੈ। ਮੇਰਾ ਸਿਰਫ ਇੰਨੀ ਕੁ ਰਿਕੁਐਸਟ ਸੀ। ਕੋਈ ਗੱਲਾਂ ਦੀ ਸਟੋਰੀ ਹੈ, ਉਹ ਸਟੋਰੀ ਗੁਰੂ ਸਾਹਿਬ ਨੇ ਕਿਹਾ ਤੁਸੀਂ ਰੁਕ ਜਾਓ, ਗੁਰੂ ਸਾਹਿਬ ਨੇ ਸਾਨੂੰ ਰੋਕਿਆ, ਕਹਿੰਦੇ ਨਾ ਕਰੋ। ਐਕਚੁਅਲੀ ਐਬਸੋਲੂਟਲੀ ਬਿਲਕੁਲ, ਕਿਉਂਕਿ ਅਸੀਂ ਲਫ਼ਜ਼ਾਂ ਵਿੱਚ ਰੱਬ ਨੂੰ ਬਿਆਨ ਕਰਨਾ ਕਾਫੀ ਮੁਸ਼ਕਿਲ ਹੈ, ਮੁਸ਼ਕਿਲ ਹੈ। ਔਰ ਦੂਸਰਾ ਹੈਗਾ ਕਿ ਜਿਸ ਤਰ੍ਹਾਂ ਮੇਰੇ ਡਾਕਟਰ ਆਪਣਾ ਮਿਤੂ ਵੋਰਾ ਜੀ ਨੇ ਬਹੁਤ ਜਿਸ ਢੰਗ ਨਾਲ ਮੂਲ ਮੰਤਰ ਰਾਹੀਂ ਗੁਰੂ ਸਾਹਿਬ ਦਾ ਚਾਨਣ ਪਾਇਆ। ਮੈਂ I am so glad to see a young doctor. I'll just introduce to the group because we feel very proud of such young people. Dr. Vora is a daughter of Ravinder and Manjeet Narangji, and she's a medical doctor, and the way she has expressed is really very, very this thing. I mean, yet to learn many things from such young people with an intellect mind. बहुत मैनू अच्छा लगा। why I am just sharing because इस ग्रुप दे विच थोड़ा जा इंट्रोडक्शन थोड़ी जी दे दियो बैकग्राउंड ते होल थोड़ा अच्छा लग जाता है। ते I am really very very happy to see our young generation coming up in such a critic mind with a spiritual thought. So that's wonderful. So I think thank you very much all of us, and thank you Swaran ji, jo ki I would say that is very easy. I can also say something, but the way you have really compiled things, put together, and enna kuch bhi ek shingarna, and putting so much words and vocabulary into one platform, I think it's very very appreciable कि enna भी सांझ करके असी इत्थे तक पहुंचे। ते बाकी है बोधा कहिए बोधा होए, वो गुरु नानक ते भंडार है, लेकिन इत्थे तक पहुंच के इन्ना एनालिसिस करना वाकई मैं कहूँगा कि गुरु जी तुहाडे दी कृपा बख्शिश इस हिसाब नाल बनी रहे। बोले सोनेहाल।